ਹਰ ਇੱਕ ਬਿਜ਼ਨਸ ਦੇ ਵਿੱਚ ਆਪਾਂ ਨੂੰ ਕੋਈ ਕੋਚ ਦੀ ਲੋੜ ਪੈਂਦੀ ਹੈ। ਸੋ ਅਗਰ ਇਸ ਜਰਨੀ ਦੇ ਵਿੱਚ ਕਹਾਂ ਇਸ ਬਿਜ਼ਨਸ ਦੇ ਵਿੱਚ ਇਫ ਯੂ ਹੈਵ ਟੂ ਸੇ ਕਿ ਤੁਹਾਨੂੰ ਕਿਸੇ ਨੇ ਇੰਸਪਾਇਰ ਕੀਤਾ। ਆਫ ਕੋਰਸ ਇੱਕ ਨਹੀਂ ਸਾਨੂੰ ਜੀ ਬਹੁਤ ਲੋਕ ਮਿਲੇ ਔਰ ਇੱਕ ਲਾਅ ਆਫ ਅਟਰੈਕਸ਼ਨ ਆ ਕਿ ਜਦੋਂ ਤੁਸੀਂ ਚੰਗੇ ਹੁੰਦੇ ਆ ਨਾ ਤੁਸੀਂ ਆਪਣੇ ਚੰਗੇ ਬੰਦਿਆਂ ਨੂੰ ਬਹੁਤ ਅਟਰੈਕਟ ਕਰਦੇ। ਯਾਦ ਹੈ ਤੁਸੀਂ ਇੱਕ ਗੱਲ ਇਹ ਵੀ ਕਹਿੰਦੇ ਹੋ ਮੋਸਟ ਆਫ ਦਾ ਟਾਈਮ ਕਿ ਜਦੋਂ ਤੁਹਾਡੇ ਕੋਲ ਕਲਾਇੰਟ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਫੋਕਸ ਕਰਦੇ ਹੋ ਕਿ ਹਾਊ ਆਰ ਦੇ ਫਾਈਨੈਂਸ਼ੀਅਲੀ ਹੈਲਥੀ। ਮੈਂ ਹਮੇਸ਼ਾ ਕਲਾਇੰਟ ਨੂੰ ਕਹਿਣਾ ਆ ਕਿ ਪਰਚੇਜ਼ ਐਂਡ ਸੇਲਸ ਐਗਰੀਮੈਂਟ ਸਾਈਨ ਕਰਨ ਤੋਂ ਪਹਿਲਾਂ ਸਾਡੇ ਨਾਲ ਇੱਕ ਵਾਰ ਸਲਾਹ ਜ਼ਰੂਰ ਕਰੋ। ਮੌਰਗੇਜ ਏਜੰਟ ਹੈ ਜਿਹੜੇ ਉਹ ਬੈਸਟ ਰੇਟ ਦੇ ਪਿੱਛੇ ਹੀ ਭੱਜਦੇ ਆ ਤਾਂ ਕਿ ਅਸੀਂ ਲੌਕ ਕਰ ਦਈਏ ਡੀ ਸਮਵੇਅਰ ਉਹ ਜਿੱਦਾਂ ਕਲਾਇੰਟਸ ਨੂੰ ਮਿਸਗਾਈਡ ਕਰਦੇ ਪਏ। ਕੋਚਿੰਗ ਇਜ਼ ਵੈਰੀ ਇੰਪੋਰਟੈਂਟ। ਮੈਂ 22 ਸਾਲ ਦੇ ਬਾਅਦ ਅੱਜ ਵੀ ਮੈਂ ਵੀ ਕੋਚਿੰਗ ਲੈ ਰਿਹਾ ਕਿਉਂਕਿ ਮੈਨੂੰ ਵੀ ਬਹੁਤ ਨਵੀਆਂ ਚੀਜ਼ਾਂ ਸਿੱਖਣੀਆਂ ਹੈ ਔਰ ਮੈਨੂੰ ਪਰਸਨਲ ਲੈਵਲ ਤੇ ਗਰੋ ਕਰਨਾ ਹੈ ਤਾਂ ਕਿ ਮੈਂ ਆਪਣੀ ਟੀਮ ਨੂੰ ਬੈਸਟ ਟੀਮ ਬਣਾ ਸਕਾਂ। ਬੈਂਕ 'ਚ ਵੀ ਕੰਮ ਕੀਤਾ ਤੁਸੀਂ ਬ੍ਰੋਕਰੇਜ 'ਚ ਵੀ ਕੰਮ ਕੀਤਾ ਵਾਟ ਇਜ਼ ਦ ਡਿਫਰੈਂਸ? ਜਦੋਂ ਮੈਂ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਨਾਲ ਕੰਮ ਕਰਦਾ ਹਾਂ ਐਜ਼ ਅ ਮੌਰਗੇਜ ਸਪੈਸ਼ਲਿਸਟ ਮੇਰੀ ਲਿਮਿਟੇਸ਼ਨਸ ਕੀ ਹੈਗੀ ਆ ਕਿ ਮੇਰੇ ਜਿਹੜੇ ਪ੍ਰੋਡਕਟਸ ਹੈਗੇ ਆ ਨਾ ਉਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਹੀ ਪ੍ਰੋਡਕਟਸ ਹੈਗੇ ਜੋ ਕਿ ਮੈਂ ਕਸਟਮਰ ਨੂੰ ਐਡਵਾਈਸ ਕਰ ਸਕਦਾ ਹਾਂ। ਇੱਕ ਮੌਰਗੇਜ ਏਜੰਟ 100,000 ਕਮਿਸ਼ਨ ਕਮਾ ਰਿਹਾ, ਇੱਕ ਬੈਂਕ ਦਾ ਮੌਰਗੇਜ ਸਪੈਸ਼ਲਿਸਟ 100,000 ਕਮਿਸ਼ਨ ਕਮਾ ਰਿਹਾ। ਉਹਨਾਂ ਦਾ ਕਮਿਸ਼ਨ ਜਿਹੜਾ ਹੈਗਾ CPP, EI, ਟੈਕਸਿਸ, ਆਲ ਥੀਸ ਥਿੰਗਸ ਉਹ ਡਿਡਕਟ ਹੋ ਕੇ ਜਾ। ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਸਾਰਿਆਂ ਨੂੰ। ਅੱਜ ਅਸੀਂ ਇੰਟਰੋਡਿਊਸ ਕਰਨ ਜਾ ਰਹੇ ਹਾਂ ਮੌਰਗੇਜ ਵਰਲਡ ਦੀ ਇੱਕ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਪੋਪੂਲਰ ਐਕਸਪਰਟ ਟਰਸਟਡ ਪਰਸਨੈਲਿਟੀ ਮਿਸਟਰ ਵਿਕਾਸ ਸ਼ਰਮਾ। ਅੱਜ ਅਸੀਂ ਲਾਈਫ ਐਂਡ ਲੋਨਸ ਦਾ ਇੱਕ ਹੋਰ ਐਪੀਸੋਡ ਕਵਰ ਕਰ ਰਹੇ ਹਾਂ ਜਿੱਥੇ ਅਸੀਂ ਉਹਨਾਂ ਦੇ ਬਾਰੇ ਜਾਣਾਂਗੇ। ਸੋ ਬਿਫੋਰ ਫਰਦਰ ਡਿਊ ਲੈਟਸ ਜਸਟ ਵੈਲਕਮ ਮਿਸਟਰ ਵਿਕਾਸ ਸ਼ਰਮਾ ਔਨ ਹਿਸ ਓਨ ਪੋਡਕਾਸਟ। ਹੈਲੋ ਮਿਸਟਰ ਸ਼ਰਮਾ। ਹੈਲੋ ਸੈਂਡੀ ਜੀ, ਥੈਂਕ ਯੂ ਵੈਰੀ ਮਚ ਔਰ ਸਾਰੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰਾ ਸਤਿ ਸ਼੍ਰੀ ਅਕਾਲ, ਨਮਸਤੇ ਤੇ ਆਦਾਬ। ਔਰ ਬਹੁਤ ਚੰਗਾ ਲੱਗਾ ਅੱਜ ਤੁਸੀਂ ਮੈਨੂੰ ਮੌਕਾ ਦਿੱਤਾ ਕੁਛ ਦਿਲ ਦੀਆਂ ਗੱਲਾਂ ਤਾਂ ਕੁਛ ਇੰਡਸਟਰੀ ਦੀ ਗੱਲਾਂ ਕਰਨ ਦਾ। ਤਾਂ ਅੱਜ ਰੂਬਰੂ ਹੁੰਦੇ ਆਪਾਂ ਸਾਰੇ ਸੁਣਨ ਵਾਲਿਆਂ ਦੇ ਨਾਲ ਔਰ ਉਹਨਾਂ ਨੂੰ ਐਜੂਕੇਟ ਕਰਦੇ ਹਾਂ। ਦੈਟਸ ਗ੍ਰੇਟ। ਪਰ ਅਸੀਂ ਹੁਣ ਇਸ ਪੋਡਕਾਸਟ ਦੀ ਸ਼ੁਰੂਆਤ ਕਰਾਂਗੇ ਤੁਹਾਡੀ ਜਰਨੀ ਤੋਂ। ਜੀ ਕਿੱਦਾਂ ਤੁਸੀਂ ਇਸ ਵਰਲਡ ਦੇ ਐਕਸਪਰਟ ਟਰਸਟਡ ਪਰਸਨ ਹੈਗੇ ਹੋ ਮੌਰਗੇਜ ਦੇ ਜੀ ਬਾਈ 22 ਪਲੱਸ ਈਅਰਸ ਆਫ ਜਰਨੀ। ਜੀ ਬਿਲਕੁਲ ਹਾਂਜੀ 22 ਸਾਲ ਤੋਂ ਜ਼ਿਆਦਾ ਦੀ ਜਰਨੀ ਹੈ ਇਹ। ਹਾਂਜੀ ਸੋ ਉਹਦੇ ਬਾਰੇ ਗੱਲ ਕਰਾਂਗੇ। ਸੋ ਲੈਟਸ ਜਸਟ ਸਟਾਰਟ ਫਰਮ ਦ ਸਟਾਰਟਿੰਗ। ਸ਼ੁਰੂ ਤੋਂ ਗੱਲ ਕਰਦੇ ਹਾਂ। ਸ਼ੋਰ ਜਰਨੀ ਸ਼ੁਰੂ ਤੋਂ ਗੱਲ ਹੈ ਦੀ ਮੈਨੂੰ ਫਿਰ ਪੁੱਛਣਾ ਪੈਣਾ ਜਦੋਂ ਮੈਂ 98 'ਚ ਲੈਂਡ ਹੋਇਆ ਸੀਗਾ। ਸੋ 98 ਜਦੋਂ ਮੈਂ ਆਇਆ ਔਰ ਮੈਂ ਬਿਜ਼ਨਸ ਸਟਾਰਟ ਕੀਤਾ ਇਹ 2003 ਦੇ ਵਿੱਚ। ਸੋ 98 ਤੋਂ ਲੈ ਕੇ 2003 ਦੇ ਵਿੱਚ ਹੋਇਆ ਕੀ ਹੈ ਕਿ ਮੈਂ ਜਦੋਂ ਆਪਣਾ ਪਹਿਲਾ ਘਰ ਬਾਏ ਕੀਤਾ ਸੋ ਆਈ ਗੋਨ ਥਰੂ ਅ ਪ੍ਰੋਸੈਸ। ਮੈਂ ਮੌਰਗੇਜ ਬ੍ਰੋਕਰ ਨਾਲ ਮਿਲਿਆ, ਐਪਲੀਕੇਸ਼ਨ ਹੋਈ ਔਰ ਥਰੂ ਦਾ ਪ੍ਰੋਸੈਸ ਗਿਆ। ਫਿਰ ਐਂਡ 'ਚ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਹਦਾ ਰਿਵਾਰਡ ਕੀ ਮਿਲਣਾ ਹੈ। ਤਾਂ ਉਹਨਾਂ ਨੇ ਦੱਸਿਆ ਜੀ ਮੈਨੂੰ $800 ਚੇਂਜ ਸਮਥਿੰਗ ਲਾਈਕ ਦੈਟ ਇਹਦਾ। ਉਹਨਾਂ ਨੇ ਬੜਾ ਓਨੈਸਟਲੀ ਦੱਸਿਆ ਮੈਨੂੰ ਕਿ ਇੰਨਾ ਕੁ ਰਿਵਾਰਡ ਮਿਲਣਾ। ਮੌਰਗੇਜ ਵੀ ਛੋਟੀ ਸੀ ਉਸ ਟਾਈਮ ਪ੍ਰਾਈਸਿਸ ਘਰਾਂ ਦੀ ਇੰਨੀਆਂ ਨਹੀਂ ਹੁੰਦੀਆਂ ਸੀ। ਇਹ ਤੁਸੀਂ 98 ਦੀ ਗੱਲ ਕਰਦੇ? ਮੈਂ ਇਹ 2001 ਦੀ ਗੱਲ ਕਰ ਰਿਹਾ ਜਦੋਂ ਮੈਂ ਆਪਣੀ ਪਹਿਲੀ ਪ੍ਰੋਪਰਟੀ ਦਿੱਤੀ ਸੀਗੀ। ਔਰ ਉਦੋਂ ਮੈਂ ਜਦੋਂ ਉਦੋਂ ਕੰਮ ਕਰ ਰਿਹਾ ਸੀਗਾ ਮੈਂ ਇੱਕ ਫੈਕਟਰੀ 'ਚ ਕੁਆਲਿਟੀ ਇੰਸਪੈਕਟਰ ਦਾ ਕੰਮ ਸੀਗਾ ਮੇਰਾ, ਕੁਆਲਿਟੀ ਟੈਕਨੀਸ਼ੀਅਨ ਕਹਿ ਦੇ। ਔਰ I was thinking it's my 2 weeks pay. ਸੋ ਕਿਉਂ ਨਾ ਮੈਂ ਇਸ ਬਿਜ਼ਨਸ ਦੇ ਵਿੱਚ ਆਵਾਂ। ਔਰ ਉਦੋਂ ਫਿਰ ਮੈਂ ਸੈਨਿਕਾ ਕਾਲਜ ਦੇ ਵਿੱਚ ਇੱਕ ਕੋਰਸ ਕੀਤਾ, ਉਹਨੂੰ FSU 101 ਕਹਿੰਦੇ ਸੀਗੇ। ਔਰ ਉਹ ਕੋਰਸ ਮੈਂ ਕੰਪਲੀਟ ਕੀਤਾ ਆਲਮੋਸਟ ਉਦੋਂ 8 ਵੀਕਐਂਡਸ ਦੇ ਵਿੱਚ। ਔਰ ਫਿਰ ਮੈਂ ਇਹ ਇੰਡਸਟਰੀ ਨੂੰ ਜੁਆਇਨ ਕੀਤਾ। ਔਰ ਉਦੋਂ ਬਹੁਤ ਫਨੀ ਗੱਲ ਹੈ ਕਿ ਅੱਜ ਜਿੰਨੀਆਂ ਵੀ ਬੜੀ ਬ੍ਰੋਕਰੇਜਸ ਹੈਗੀਆਂ ਆ ਸਾਰੇ ਹਾਇਰ ਕਰਨਾ ਚਾਹੁੰਦੀਆਂ ਏਜੰਟਸ ਨੂੰ। ਹਾਂਜੀ ਉਦੋਂ ਚੈਲੰਜ ਸੀਗਾ ਕਿ ਕਿਤੇ ਨਾ ਹਾਇਰ ਹੋਣਾ ਹੈ, ਕੌਣ ਤੁਹਾਨੂੰ ਹਾਇਰ ਕਰੇਗਾ। ਓਕੇ ਸੋ ਕੁਝ ਕੰਪਨੀਆਂ ਨਾਲ ਮੈਂ ਗੱਲ ਕੀਤੀ, ਸਾਰੇ ਕਹਿੰਦੇ ਜੀ ਤੁਹਾਨੂੰ ਨਾ ਜਿਹੜੀ ਫੁੱਲ ਟਾਈਮ ਜੋਬ ਛੱਡਣੀ ਪੈਣੀ ਹੈ, ਅਸੀਂ ਫਿਰ ਤੁਹਾਨੂੰ ਐਕਸੈਪਟ ਕਰਾਂਗੇ ਐਜ਼ ਅ ਮੌਰਗੇਜ ਏਜੰਟ ਆਪਣੀ ਕੰਪਨੀ ਦੇ ਵਿੱਚ। ਚਲੋ ਆਈ ਗੋਟ ਅ ਕੰਪਨੀ, ਮੈਨੂੰ ਇੱਕ ਕੰਪਨੀ ਮਿਲੀ ਔਰ ਉਹਨਾਂ ਨਾਲ ਮੈਂ ਜੁਆਇਨ ਕੀਤਾ। ਤਾਂ ਉੱਥੋਂ ਹੀ ਜਰਨੀ ਸਟਾਰਟ ਹੋਈ ਮੇਰੀ 2003 ਤੋਂ। ਸੋ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਫੁੱਲ ਟਾਈਮ ਜੌਬ ਛੱਡ ਕੇ ਫਿਰ ਤੁਸੀਂ ਇੱਧਰ ਆਏ ਸੀ ਕਿ ਯੂ ਸਟਾਰਟਡ ਪਾਰਟ ਟਾਈਮ? ਨਹੀਂ, ਮੈਂ ਪਾਰਟ ਟਾਈਮ ਸ਼ੁਰੂ ਕੀਤਾ ਹਾਂਜੀ 2003 ਦੇ ਵਿੱਚ। ਲੇਕਿਨ ਉਹੀ ਮੇਨ ਚੀਜ਼ ਹੁੰਦੀ ਹੈ ਕਿ
ਤੁਹਾਨੂੰ ਗਾਈਡ ਕਰਨ ਵਾਲਾ ਔਰ ਕੋਚ ਚੰਗਾ ਮਿਲ ਜਾਏ ਹਾਂਜੀ ਤਾਂ ਤੁਹਾਡੀ ਪ੍ਰੋਗਰੈਸ ਜੋ ਹੈ ਨਾ ਉਹਦੇ ਵਿੱਚ ਫਿਰ ਉਹ ਜਿੱਦਾਂ ਅੱਜ ਕੱਲ੍ਹ ਖਬਰਾਂ 'ਚ ਬੜਾ ਚੱਲਦਾ ਨਾ ਆਪਣਾ ਡਬਲ ਇੰਜਨ ਦੀ ਸਰਕਾਰ, ਤਾਂ ਉਹ ਇੱਕ ਡਬਲ ਇੰਜਨ ਹੋ ਜਾਂਦਾ ਫਿਰ ਉਸ ਟਾਈਮ ਤੁਸੀਂ ਔਰ ਤੁਹਾਡੀ ਬ੍ਰੋਕਰੇਜ ਨਾਲ ਇੱਕ ਚੰਗਾ ਕੋਚ ਮਿਲੇ ਫਿਰ ਅੱਗੇ ਤਰੱਕੀ ਹੋਈ ਤੇ 2004 ਦੇ ਵਿੱਚ ਮੈਂ ਸਕੋਸ਼ੀਆ ਬੈਂਕ ਦੇ ਨਾਲ ਐਜ਼ ਅ ਮੋਰਗੇਜ ਡਿਵੈਲਪਮੈਂਟ ਮੈਨੇਜਰ 100% ਕਮਿਸ਼ਨ ਜੌਬ ਸੀਗੀ ਉਹ ਜੀ ਔਰ ਉਹ ਜੁਆਇਨ ਕੀਤੀ ਔਰ 2004 ਤੋਂ ਲੈ ਕੇ ਔਰ ਹੁਣ ਤੱਕ ਮੈਂ ਫੁੱਲ ਟਾਈਮ ਹੀ ਹਾਂ ਬੇਸਿਕਲੀ ਸਟਾਰਟ 2003 ਚ ਕੀਤਾ ਸੀ ਸੋ ਆਲਮੋਸਟ 22 years and sitting here and coaching. yes that's great journey. ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਹਰ ਇੱਕ ਬਿਜ਼ਨਸ ਦੇ ਵਿੱਚ ਆਪਾਂ ਨੂੰ ਕੋਈ ਕੋਚ ਦੀ ਲੋੜ ਪੈਂਦੀ ਹੈ ਸੋ ਅਗਰ ਇਸ ਜਰਨੀ ਦੇ ਵਿੱਚ ਕਹਾਂ ਇਸ ਬਿਜ਼ਨਸ ਦੇ ਵਿੱਚ ਇਫ ਯੂ ਹੈਵ ਟੂ ਸੇ ਕਿ ਤੁਹਾਨੂੰ ਕਿਸੇ ਨੇ ਇਨਸਪਾਇਰ ਕੀਤਾ is there someone you can say you consider as your coach? Of course, ਇੱਕ ਨਹੀਂ ਸੈਨੀ ਜੀ ਬਹੁਤ ਲੋਕ ਮਿਲੇ ਔਰ ਇੱਕ ਲਾ ਆਫ ਅਟਰੈਕਸ਼ਨ ਆ ਕਿ ਜਦੋਂ ਤੁਸੀਂ ਚੰਗੇ ਹੁੰਦੇ ਆ ਨਾ ਤੁਸੀਂ ਆਪਣੇ ਚੰਗੇ ਬੰਦਿਆਂ ਨੂੰ ਬਹੁਤ ਅਟਰੈਕਟ ਕਰਦੇ ਆ ਔਰ ਬਹੁਤ ਚੰਗੇ ਔਰ ਐਕਸਪੀਰੀਅੰਸ ਕੋਚਿਸ ਆਏ ਔਰ ਉਹਨਾਂ ਦੇ ਨਾਲ ਮਾਰਕੀਟ ਨੂੰ ਮਨੂਵਰ ਕਿੱਦਾਂ ਕਰਨਾ ਬੇਸਿਕਲੀ 2003 ਚ ਮੈਂ ਬ੍ਰੋਕਰ ਸਾਈਡ 'ਤੇ ਸੀਗਾ 2004 ਚ ਮੈਂ ਇੱਕ ਇੰਸਟੀਟਿਊਸ਼ਨ ਦੇ ਨਾਲ ਕੰਮ ਕੀਤਾ ਔਰ 2008 ਦੇ ਵਿੱਚ ਮੈਂ ਦੁਬਾਰਾ ਫਿਰ ਬ੍ਰੋਕਰ ਸਾਈਡ ਆਇਆ ਜੀ ਔਰ ਫਿਰ 2015 ਦੇ ਵਿੱਚ ਮੈਂ ਦੁਬਾਰਾ ਫਿਰ ਸਕੋਸ਼ੀਆ ਬੈਂਕ ਜੁਆਇਨ ਕੀਤਾ yes so bank to independent side and independent to bank side and coming back to independent side so ਜਿੱਦਾਂ ਮਾਰਕੀਟ ਬਿਹੇਵ ਕਰਦੀ ਹੈ ਔਰ ਜਿੱਦਾਂ ਦੇ ਪ੍ਰੋਡਕਟਸ ਦੀ ਸਾਨੂੰ ਲੋੜ ਆ ਰੀਅਲ ਸਟੇਟ ਦੇ ਮੋਰਗੇਜ ਦੇ ਪ੍ਰੋਡਕਟਸ ਦੀ ਬੇਸਿਕਲੀ ਔਰ ਉਹਦਾਂ ਲਈ ਉਹਦੇ ਅਕੋਰਡਿੰਗਲੀ ਤੁਸੀਂ ਆਪਣਾ ਕਰੀਅਰ ਨੂੰ ਮਨੂਵਰ ਕਰ ਸਕਦੇ ਆ ਸੋ ਉਹਦੇ ਵਾਸਤੇ ਵੀ ਚੰਗੇ ਕੋਚ ਚਾਹੀਦੇ ਆ ਜੀ ਤਾਂ ਉਹ ਹਮੇਸ਼ਾ ਰਹੇ ਆ ਜੀ ਔਰ ਜਿਹੜੀ ਅਚੀਵਮੈਂਟ ਹੋਈ ਹੈ ਬੇਸਿਕਲੀ ਤੁਸੀਂ ਦੇਖੋ ਕਿ 2020 ਦੇ ਵਿੱਚ I did 531 million in volume in 1 year. And I was coaching 4 of my assistants in Scotiabank. And it's किसी भी individual वालों कितना गया आज तक दा I think so highest volume हैगा 531 million with approximately more than 850 mortgages. That's why we call you mortgaged. In 1 year. So in that time, I did almost 1.3 billion of volume in mortgages since 2015 to 2021. It's like a 5+ years which right. ਉਸ ਤੋਂ ਬਾਅਦ ਫਿਰ ਖਿਆਲ ਆਇਆ ਕਿ ਸੇਲਸ ਬਹੁਤ ਹੋ ਗਏ ਹਾਂਜੀ ਹੁਣ ਕੁਛ ਆਪਣੇ ਵਰਗੇ ਲੋਕ ਹੋਰ ਬਣਾਈਏ so giving back to so I start building team ਜੀ ਔਰ ਅੱਜ ਵਿਦ ਦ ਗ੍ਰੇਸ ਆਫ ਗॉड ਤੁਸੀਂ ਦੇਖੋ ਜੀ ਆਲਮੋਸਟ 30+ ਲੋਕ ਟੀਮ 'ਚ ਹੈਗੇ ਆ ਔਰ ਆਮ ਵਰਕਿੰਗ ਵੈਰੀ ਹਾਰਡ ਔਨ ਦੈਮ ਬੇਸਿਕਲੀ ਟੂ ਫੋਕਸ ਔਨ ਦੇਅਰ ਨੀਡਸ ਫੋਕਸ ਔਨ ਦੇਅਰ ਫੀਅਰਸ ਫੋਕਸ ਔਨ ਦ ਟ੍ਰੇਨਿੰਗ ਔਰ ਉਹਨਾਂ ਦੀ ਪਰਸਨਲ ਗਰੋਥ ਔਰ ਪਰਸਨਲ ਗਰੋਥ ਦੇ ਨਾਲ ਬਿਜ਼ਨਸ ਗਰੋਥ ਟੂ ਬੈਲੈਂਸ ਇਟ ਆਊਟ ਤਾਂ ਬਹੁਤ ਇੰਪੋਰਟੈਂਟ ਹੈਗਾ ਐਗਜ਼ੈਕਟਲੀ ਅਗਰ ਤੁਸੀਂ ਵੀ ਕਿਸੇ ਕਰੀਅਰ ਨੂੰ ਐਜ਼ ਅ ਸਰਵਿਸ ਇੰਡਸਟਰੀ ਦੇ ਵਿੱਚ ਲੌਂਗ ਟਰਮ ਬਣਾਉਣਾ ਨਾ ਉਹਦੇ ਵਿੱਚ ਪਰਸਨਲ ਗਰੋਥ ਵੀ ਬਹੁਤ ਇੰਪੋਰਟੈਂਟ ਬਹੁਤ ਮਾਇਨੇ ਰੱਖਦੀ ਹੈ ਜੀ ਜੀ ਆਈ ਰਿਮੈਂਬਰ ਅਗੇਨ ਕਿਉਂਕਿ ਹੁਣ ਮੈਂ ਵੀ ਤੁਹਾਡੀ ਟੀਮ ਦਾ ਪਾਰਟ ਹੀ ਹਾਂ ਜੀ ਜੀ ਸੋ ਇੱਕ ਗੱਲ ਜਿਹੜੀ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਮੈਂ ਮੋਰਗੇਜ ਏਜੰਟ ਨਹੀਂ ਕੋਚ ਕਰਦਾ ਪਿਆ ਮੈਂ ਲੀਡਰਸ ਕੋਚ ਕਰਦਾ ਪਿਆ ਜੀ ਬਿਲਕੁਲ ਸੋ ਤੁਸੀਂ ਜਦੋਂ ਕੋਚਿੰਗ ਹੈ ਜਿਹੜੀ ਤੁਹਾਡੀ ਤੁਸੀਂ ਐਜ਼ ਅ ਲੀਡਰ ਮਤਲਬ ਉਹਨਾਂ ਨੂੰ ਲੀਡਰ ਬਣਾਉਂਦੇ ਹੋ ਲੀਡਰਸ਼ਿਪ ਜੀ ਜੀ ਸੋ ਉਹਦੇ ਬਾਰੇ ਗੱਲ ਕਰਦੇ ਹਾਂ ਥੋੜ੍ਹੀ ਜੀ ਸੋ ਇਹ ਡਿਫਰੈਂਟ ਕਿੱਦਾਂ ਅਗਰ ਕੋਈ ਤੁਹਾਡੀ ਬ੍ਰੋਕਰੇਜ ਜੁਆਇਨ ਕਰਦਾ ਹੈ ਕਿੱਦਾਂ ਦੀ ਆਪਾਂ ਟ੍ਰੇਨਿੰਗ ਉਹਨਾਂ ਨੂੰ ਦਿੰਦੇ ਹਾਂ ਜਿਕੁਲ ਵਿੱਚ ਟ੍ਰੇਨਿੰਗ ਇਜ਼ ਸਾਡੇ ਵੱਲੋਂ ਜਿਹੜੀ ਟ੍ਰੇਨਿੰਗ ਹੈ ਨਾ ਬੜੀ ਸਪੈਸੀਫਿਕ ਹੈ ਬੇਸਿਕਲੀ ਐਂਡ ਜਿਹੜੀ ਟ੍ਰੇਨਿੰਗ ਹੈਗੀ ਉਹ ਇੰਡੀਵਿਜੂਅਲ ਨੀਡ ਦੇ ਡਿਪੈਂਡ ਹੈਗੀ ਹੈ ਇਹ ਨਹੀਂ ਕਿ ਅੱਜ ਟ੍ਰੇਨਿੰਗ ਹੋ ਰਹੀ ਹੈ ਜੀ 10 ਬੰਦੇ ਬੈਠੇ ਆ ਆਪਣਾ ਬੋਰਡ ਰੂਮ 'ਚ ਮੈਂ ਟ੍ਰੇਨ ਕਰ ਰਿਹਾ ਹਾਂ ਉਹ 10 ਬੰਦਿਆਂ ਦਾ ਜਿਹੜਾ ਇੰਡੀਵਿਜੁਅਲਿਟੀ ਹੈਗੀ ਆ ਸੇਲਸ ਦੀ
ਉਹ ਡਿਫਰੈਂਟ ਆ, ਸੋਚ ਡਿਫਰੈਂਟ ਆ। ਕੋਈ ਸੋਸ਼ਲ ਮੀਡੀਆ ਵੱਲ ਪ੍ਰੈਫਰੈਂਸ ਹੈ, ਕੋਈ 올ਡ ਸਕੂਲ ਹੈਗੇ ਆ, ਕਈ ਲੋਕ ਹਲੇ ਦੇ ਹੈਵ ਵੈਰੀ ਮਚ ਨੌਲੇਜ ਅਬਾਊਟ ਦ ਪ੍ਰੋਡਕਟਸ ਪੋਲਿਸੀਜ਼, ਲੇਕਿਨ ਸੇਲਸ ਦੇ ਵਿੱਚ ਸ਼ਾਈ ਹੈਗੇ ਆ ਉਹ। ਔਰ ਮਤਲਬ ਕਿ ਕਿਸੇ ਵੀ ਖਿੱਤੇ 'ਚ ਉਹਨਾਂ ਨੂੰ ਸਪੋਰਟ ਦੀ ਲੋੜ ਆ ਪਰਸਨਲੀ, ਐਂਡ ਆਈ ਆਲਵੇਜ਼ ਦੇਅਰ। ਔਨ ਇੱਕ ਐਗਜ਼ਾਮਪਲ ਦੇਣਾ ਆ, ਮੇਰੇ ਟੀਮ 'ਚ ਹੈਗੇ ਆ ਮਿਸਟਰ ਨਿਤਿਸ਼ ਗੁਪਤਾ ਜੀ। ਔਰ ਉਹਨਾਂ ਦੀ ਅਪਾਇੰਟਮੈਂਟ ਸੀਗੀ ਬ੍ਰੋਕਰੇਜ ਦੇ ਵਿੱਚ ਨਾ, ਮੋਰਗੇਜ ਆਪਣਾ ਰੀਅਲ ਸਟੇਟ ਬ੍ਰੋਕਰ ਦੇ ਨਾਲ। ਓਕੇ। ਤਾਂ ਉਹ ਕਹਿੰਦੇ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ, ਔਰ ਮੇਰੇ ਨਾਲ ਜਾ ਕੇ ਤੁਸੀਂ ਪਲੀਜ਼ ਉੱਥੇ ਮੈਨੂੰ ਤੁਹਾਡੀ ਸਪੋਰਟ ਦੀ ਲੋੜ। ਸੋ ਦ ਰੀਅਲ ਸਟੇਟ ਪਰਸਨ ਆਸਕ ਮਿਸਟਰ ਨਿਤਿਨ, ਹਾਂ ਤੁਸੀਂ ਮੇਰੇ ਨਾਲ ਆ ਜਾਓ। ਬਿਲਕੁਲ ਜੀ। ਓਕੇ। ਤਾਂ ਮੈਂ ਵਿਜ਼ਿਟ ਕੀਤਾ ਆਪਣਾ ਲੇਟੈਸਟ ਦੇ ਨਾਲ ਉਹਨਾਂ ਦੇ ਆਫਿਸ ਦੇ ਵਿੱਚ, ਔਰ ਮੈਂ ਉਹਨਾਂ ਨੂੰ ਮਿਲਿਆ ਔਰ ਬੜਾ ਚੰਗਾ ਲੱਗਿਆ। ਔਰ ਉਹਨਾਂ ਨੇ ਦੇਖਿਆ ਕਿ ਇਫ ਅ ਕੋਚ ਲਾਈਕ ਯੂ ਔਨ ਨਿਤਿਸ਼ ਬੈਕ, ਤਾਂ ਮੈਨੂੰ ਕੋਈ ਮਤਲਬ ਝਿਜਕ ਨਹੀਂ ਹੈਗਾ ਕਿ ਮੈਂ ਤੁਹਾਨੂੰ ਆਪਣੇ ਕਲਾਇੰਟ ਰੈਫਰ ਕਰਾਂ। ਸੋ ਵਿਦਨ ਅ ਵੀਕ ਨਿਤਿਸ਼ ਗੋਟ ਅ ਕਲਾਇੰਟ, ਐਂਡ ਇਟ ਮੇਕਸ ਅ ਹਿਊਜ ਡਿਫਰੈਂਸ। ਡੈਫੀਨੇਟਲੀ ਯੂਜ਼। ਸੋ ਜਿੱਦਾਂ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਹੈਲਪ ਦੀ ਲੋੜ ਹੈਗੀ ਉਸ ਹਿਸਾਬ ਦੇ ਨਾਲ, ਸੋ ਮੈਂ ਆਮ ਆਲਵੇਜ਼ ਰੈਡੀ। ਮੈਨੂੰ ਬੜਾ ਅੱਛਾ ਲੱਗਿਆ ਤੁਸੀਂ ਮੈਂਸ਼ਨ ਕੀਤਾ ਕਿ ਤੁਸੀਂ ਇੰਡੀਵਿਜੂਅਲ ਪਰਸਨੈਲਿਟੀ 'ਤੇ ਫੋਕਸ ਕਰਦੇ ਹੋ ਗਰੋਥ ਦੇ ਲਈ, ਬਿਲਕੁਲ ਕਿ ਉਹਨਾਂ ਦੇ ਸਟਰੋਂਗ ਪੁਆਇੰਟਸ ਕੀ ਹੈ, ਉਹਨਾਂ ਬਿਲਕੁਲ ਜੀ। ਕਿ ਉਹਨਾਂ ਦੇ ਸਟਰੋਂਗ ਪੁਆਇੰਟਸ ਕੀ ਹੈਗੇ ਆ, ਵੀਕ ਪੁਆਇੰਟਸ ਕੀ ਹੈਗੇ ਆ, ਕਿਹੜੇ ਪੁਆਇੰਟਸ 'ਤੇ ਕੰਮ ਕਰਨ ਦੀ ਲੋੜ ਹੈਗੀ ਆ, ਔਰ ਉਹਦੇ ਬੇਸ ਦੇ ਉੱਤੇ ਸੋ ਵੀ ਮੇਕ ਅ ਗਰੁੱਪ ਬੇਸਿਕਲੀ, ਐਂਡ ਸੋ ਦੇ ਹੈਲਪ ਈਚ ਅਦਰ। ਵਾਹ। ਸੋ ਆਈ ਕ੍ਰੀਏਟਿੰਗ ਅ ਫੈਮਿਲੀ ਆਫ ਟੀਮ ਬੇਸਿਕਲੀ, ਆਈ ਕਾਲ ਇਟ ਫੈਮਿਲੀ, ਕਿ ਫੈਮਿਲੀ 'ਚ ਤੁਸੀਂ ਇੱਕ ਦੂਜੇ ਨੂੰ ਹੈਲਪ ਕਰੋ। ਔਰ ਦੇਖੋ ਕੌਣ ਕਿਸੇ ਚੀਜ਼ 'ਚ ਲੈਕ ਕਰਦਾ ਆ, ਕੋਈ ਟੈਕਨੋਲੋਜੀ 'ਚ ਲੈਕ ਕਰਦਾ, ਤੁਹਾਨੂੰ ਹੈਲਪ ਕਰੋ ਸਿਸਟਮ ਨੂੰ ਲਰਨ ਕਰਨ ਲਈ। ਅਗਰ ਕਿਸੇ ਦੇ ਕੋਲ ਮਤਲਬ ਲੈਵਲ 2 ਦਾ ਲਾਇਸੈਂਸ ਹੈਗਾ ਜਿਹਦੇ ਵਿੱਚ ਪ੍ਰਾਈਵੇਟ ਮੋਰਗੇਜ ਕਰ ਸਕਦਾ ਆ, ਔਰ ਕੋਈ ਲੈਵਲ 1 ਦੇ ਵਿੱਚ ਕੰਮ ਕਰ ਰਿਹਾ, ਤੁਹਾਨੂੰ ਟੀਚ ਕਰਨ ਲਈ, ਤਾਂ ਕਿ ਉਹ ਲੈਵਲ 2 ਵੀ ਉਹ ਵੀ ਕਰ ਸਕੇ। ਤਾਂ ਟੀਮ ਇਜ਼ ਟੀਚਿੰਗ ਟੀਮ ਆਲਸੋ। ਯੈਸ, ਸੋ ਕੋਚ ਇਜ਼ ਕ੍ਰੀਏਟਿੰਗ ਕੋਚਸ। ਡੈਫੀਨੇਟਲੀ ਇੱਦਾਂ ਦਾ ਮਾਹੌਲ ਜੇ ਕ੍ਰੀਏਟ ਹੋਵੇ, ਜੀ। ਸੋ ਫੋਕਸ ਇੱਕ ਹੈਗਾ ਆ, ਫੋਕਸ ਹੈਗਾ ਆ ਕਿ ਕਲਾਇੰਟ ਦੀ ਨੀਡ ਨੂੰ ਐਨਾਲਾਈਜ਼ ਕਰਕੇ ਉਹ ਡਿਸੀਜ਼ਨ ਲੈਣਾ। ਇਹ ਨਹੀਂ ਕਿ ਜੀ ਵੈਰੀਏਬਲ ਰੇਟ ਹੈਗਾ ਉਹ ਘੱਟ ਆ ਜੀ, ਤਾਂ ਮੋਰਗੇਜ ਪੇਮੈਂਟ ਜਿਹੜੀ ਉਹਨਾਂ ਘੱਟ ਆਏਗੀ, ਤਾਂ ਅਸੀਂ ਵੈਰੀਏਬਲ ਦੇ ਦਈਏ, ਬਟ ਦੈਟ ਵੈਰੀਏਬਲ ਸੂਟਸ ਔਰ ਨਾਟ। ਜੀ। ਯਾ ਦੈਟ। ਹੁਣ ਫੋਰ ਐਗਜ਼ਾਮਪਲ ਤੁਹਾਨੂੰ ਦੱਸਾਂ, 2022 ਦੇ ਵਿੱਚ ਜੋ ਵੀ ਡਿਜ਼ਾਸਟਰ ਜਿਹੜਾ ਰੀਅਲ ਸਟੇਟ 'ਚ ਆਇਆ ਹੈ, ਅਸੀਂ ਬਲੇਮ ਕਰਦੇ ਹਾਂ ਬੇਸਿਕਲੀ ਕਿ ਰੇਟ ਆਫ ਇੰਟਰਸਟ। That's true. ਬਟ ਐਂਡ ਆਫ ਦਾ ਡੇ the choices were made by customer, were not calculated based on worst case scenario. Oh wow. Okay. Yes, that makes sense. ਠੀਕ ਹੈ ਜੀ। ਆਪਾਂ ਹੁਣ ਕੋਈ ਵੀ Yes. ਕੰਮ ਕਰਨਾ ਬੇਸਿਕਲੀ, ਅਸੀਂ ਕੀ ਕਹਿੰਦੇ ਚੈਲੰਜ ਕੀ ਆ ਸਕਦੇ ਆ, ਅਸੀਂ ਉਹਨਾਂ ਨੂੰ, ਕਿਉਂਕਿ ਕੋਈ ਵੀ ਬਿਜ਼ਨਸ ਕਰੀਏ ਤਾਂ ਉਸ ਚੈਲੰਜਸ ਨੂੰ ਪਹਿਲਾਂ ਅਸੀਂ ਦੇਖਦੇ ਹਾਂ ਕਿ ਅਗਰ ਫਿਊਚਰ 'ਚ ਕੋਈ ਇੱਦਾਂ ਦਾ ਚੈਲੰਜ ਆਉਂਦਾ ਆ, ਤਾਂ ਉਹਦੇ ਵਾਸਤੇ ਸਾਡੇ ਕੋਲ ਬੈਕਅਪ ਕੀ ਹੈਗਾ ਐਗਜ਼ੈਕਟਲੀ। ਹੁਣ ਜਦੋਂ ਤੁਸੀਂ ਇੱਕ ਵੈਰੀਏਬਲ ਪ੍ਰੋਡਕਟ ਲੈਣੇ ਆ, ਮੋਰਗੇਜ ਬ੍ਰੋਕਰ ਔਰ ਕੋਈ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇੱਕ ਡਿਸਕਲੋਜ਼ਰ ਦਿੰਦਾ ਆ ਕਸਟਮਰ ਨੂੰ ਸਾਈਨ ਕਰਨ ਲਈ। ਉਸ ਡਿਸਕਲੋਜ਼ਰ ਦੇ ਵਿੱਚ ਇਹ ਲਿਖਿਆ ਹੁੰਦਾ ਆ ਕਿ ਤੁਹਾਡਾ ਜਿਹੜਾ ਰੇਟ ਆ ਉਹ ਪ੍ਰਾਈਮ ਰੇਟ ਦੇ ਬੇਸ 'ਤੇ, ਔਰ ਪ੍ਰਾਈਮ ਰੇਟ ਫਲਕਚੁਏਟ ਹੁੰਦਾ ਆ, ਇਟ ਕੈਨ ਗੋ ਅਪ ਐਂਡ ਡਾਊਨ। ਅਗਰ ਉਹ ਇੰਨਾ ਹਾਈ ਚਲਾ ਗਿਆ ਕਿ ਤੁਹਾਡੀ ਪੇਮੈਂਟ ਜਿਹੜੀ ਜਾ ਰਹੀ ਹੈ ਮੋਰਗੇਜ ਦੀ, ਉਹ ਇੰਟਰਸਟ ਵੀ ਨਹੀਂ ਕਵਰ ਕਰ ਰਹੀ ਜੀ। ਮੋਰਗੇਜ ਲੋਨ ਦਾ, ਜੀ। ਤਾਂ ਉਹਨਾਂ ਨੇ ਰੀਕੈਲਕੂਲੇਟ ਕਰਕੇ ਨਵੇਂ ਰੇਟ 'ਤੇ ਮੋਰਗੇਜ ਪੇਮੈਂਟ ਸੈਟਅਪ ਕਰਨੀ ਹੈ। ਆਹੀ ਹੋਇਆ ਇੱਥੇ। ਓਕੇ। ਸੋ ਕਿਸੇ ਨੇ ਇਹ ਸੋਚਿਆ ਨਹੀਂ ਸੀਗਾ ਕਿ ਪ੍ਰਾਈਮ ਰੇਟ ਇੰਨਾ ਜ਼ਿਆਦਾ ਜਾ ਸਕਿਆ, ਲੇਕਿਨ ਤੁਸੀਂ ਸੋਚਿਆ ਨਹੀਂ, ਇਹਦਾ ਮਤਲਬ ਇਹ ਥੋੜੀ ਕਿ ਰੇਟ ਨਹੀਂ ਜਾਊਗਾ। ਤੁਸੀਂ ਐਨਾਲਾਈਜ਼ ਕਿ ਇਟਸ ਟੂ ਗੁੱਡ ਟੂ ਬੀ ਟਰੂ ਕਿ ਕੋਈ ਰੇਟ ਇੰਨਾ ਲੰਬਾ ਥੱਲੇ ਜਾ, ਐਂਡ ਲੋ ਲੈਵਲ 'ਤੇ ਸਟੇ ਕਰੇ। ਜੀ। ਯੈਸ। ਪਰ ਇੱਕ ਦਿਨ ਤਾਂ ਉਹਨਾਂ ਨੇ ਜਾਣਾ ਹੀ ਉੱਥੇ। ਯੈਸ। ਔਰ ਦੂਸਰੀ ਚੀਜ਼ ਇੱਕ ਹੈਗੀ ਹੈ ਕਿ ਈਵਨ ਦਾ ਪ੍ਰਾਈਮ ਰੇਟ ਉਸ ਟਾਈਮ ਲੋ ਸੀਗਾ,
ਕੁਆਲੀਫਿਕੇਸ਼ਨ ਵਾਸਤੇ ਤੁਹਾਨੂੰ 5.25 ਦੇ ਇੱਕ ਬੈਂਚਮਾਰਕ ਰੇਟ ਤੇ ਕੁਆਲੀਫਾਈ ਕਰਨਾ। ਤੁਹਾਡਾ ਮੋਰਗੇਜ ਦਾ ਕੰਟਰੈਕਟ ਰੇਟ ਆਫ ਇੰਟਰਸਟ, ਕੰਟਰੈਕਟ ਰੇਟ ਆਫ ਇੰਟਰਸਟ ਦਾ ਮਤਲਬ ਹੈਗਾ ਕਿ ਜਿਸ ਮੋਰਗੇਜ ਰੇਟ ਤੇ ਤੁਸੀਂ ਨਾ ਆਪਣੀ ਪੇਮੈਂਟਸ ਕੈਲਕੂਲੇਟ ਹੁੰਦੀਆਂ ਔਰ ਤੁਸੀਂ ਪੇ ਕਰ ਰਹੇ ਹੋ। ਔਰ ਕੁਆਲੀਫਾਈਂਗ ਰੇਟ ਹੁੰਦਾ ਕਿ ਜਿਹੜਾ ਇੱਕ ਗਵਰਨਮੈਂਟ ਨੇ ਪਾਲਿਸੀ ਬਣਾਈ ਹੋਈ ਹੈ ਕਿ ਇਸ ਰੇਟ ਤੇ ਤੁਸੀਂ ਕੁਆਲੀਫਾਈ ਕਰਨਾ, ਕਿਉਂਕਿ ਇਨ ਕੇਸ ਫਿਊਚਰ 'ਚ ਜੋ ਰੇਟ ਹਾਈ ਹੋਇਆ ਕਿ ਤੁਹਾਡੀ ਕਪੈਸਿਟੀ ਵਿੱਚ ਤੁਹਾਡੀ ਇਨਕਮ ਇੰਨੀ ਹੋਵੇ ਕਿ ਉਸ ਹਾਈ ਰੇਟ ਤੇ ਵੀ ਤੁਸੀਂ ਮੋਰਗੇਜ ਪੇਮੈਂਟ ਈਜ਼ੀਲੀ ਦੇ ਸਕੋ। ਸੋ ਤੁਹਾਡਾ ਰੇਟ ਆਫ ਇੰਟਰਸਟ ਹੈਗਾ 2%, ਪਰ ਤੁਸੀਂ ਕੁਆਲੀਫਾਈ ਕੀਤਾ 5.25 5.25 ਦੇ, ਤਾਂ ਫਿਰ 2 ਤੋਂ ਜਦੋਂ 5.25 ਵੀ ਚਲਾ ਗਿਆ, ਇਟ ਸ਼ੁਡ ਬੀ ਓਕੇ ਫॉर ਯੂ, ਓਕੇ ਤੁਸੀਂ ਕੁਆਲੀਫਾਈ ਉੱਤੇ। ਅੱਛਾ ਤੁਹਾਡੀ ਕਪੈਸਿਟੀ ਹੈਗੀ ਆ 8 ਫੁੱਟ ਛਲਾਂਗ ਮਾਰਨ ਦੀ, ਠੀਕ ਹੈ ਨਾ, ਓਕੇ। ਹੁਣ ਤੁਸੀਂ ਮਤਲਬ ਤੁਹਾਨੂੰ ਛੋਟੇ ਛੋਟੇ ਟਾਸਕ ਦਿੱਤੇ ਆ, 2-2 ਫੁੱਟ ਛਲਾਂਗ ਮਾਰੋ, ਕੱਲ ਨੂੰ 6 ਫੁੱਟ ਵੀ ਮਾਰਨੀ ਪੈ ਗਈ ਤਾਂ ਇਟ ਸ਼ੁਡ ਬੀ ਓਕੇ। ਹਾਂ, ਕਿਉਂਕਿ ਤੁਸੀਂ ਕੀ ਹੈ ਕਿ ਤੁਸੀਂ 8 ਫੁੱਟ ਤੇ ਦਿਖਾਇਆ ਹੋਇਆ ਛਲਾਂਗ ਮਾਰ ਕੇ ਨਾ, ਜੀ 5.25 ਦੇ ਤੁਸੀਂ ਕੁਆਲੀਫਾਈ ਹੋਏ ਆ। ਤਾਂ ਇਹ ਬੇਸਿਕਲੀ ਕਿ ਬਹੁਤ ਜ਼ਿਆਦਾ ਇਮੋਸ਼ਨਸ ਵੀ ਇਨਵੋਲਵ ਹੋਏ ਆ, ਫੈਕਟ ਬੇਸ ਚੀਜ਼ਾਂ ਜਿਹੜੀਆਂ ਹੈਗੀਆਂ ਆ, ਮੋਰਗੇਜ ਨਾਲ ਰਿਲੇਟਡ ਜਿਹੜੀਆਂ ਕੌਨਸੀਕੁਐਂਸਿਸ ਆ ਫੈਕਟ ਬੇਸ, ਉਹ ਡਿਸਕਸ ਨਹੀਂ ਕੀਤੇ ਗਏ। ਔਰ ਦੇਖੋ ਮੈਂ ਤਾਂ ਇਹਨੂੰ ਇੱਕ ਤਰ੍ਹਾਂ ਦਾ ਫੇਲੀਅਰ ਸਮਝਦਾ, ਇੰਡਸਟਰੀ ਦਾ ਫੇਲੀਅਰ ਹੈ ਕਿ ਵੀ ਆਰ ਨਾਟ ਏਬਲ ਟੂ ਪ੍ਰੋਵਾਈਡ ਦ ਰਾਈਟ ਇਨਫੋਰਮੇਸ਼ਨ, ਚਾਹੇ ਉਹ ਕੋਈ ਵੀ ਸਰਵਿਸ ਇੰਡਸਟਰੀ ਹੋਵੇ। ਅਗਰ ਕਲਾਇੰਟ ਫਾਈਨੈਂਸ਼ੀਅਲੀ ਹੈਲਦੀ ਰਹਿੰਦਾ ਆ ਤਾਂ ਰਿਪੀਟ ਬਿਜ਼ਨਸ ਹੁੰਦਾ ਹੈ ਨਾ। ਇਹ ਤੁਸੀਂ ਮੈਨੂੰ ਯਾਦ ਹੈ, ਤੁਸੀਂ ਇੱਕ ਗੱਲ ਇਹ ਵੀ ਕਹਿੰਦੇ ਹੋ ਹੁਣ ਮੋਸਟ ਆਫ ਦਾ ਟਾਈਮ ਕਿ ਜਦੋਂ ਤੁਹਾਡੇ ਕੋਲ ਕਲਾਇੰਟ ਆਉਂਦੇ ਆ ਤੁਸੀਂ ਉਹਨਾਂ ਨੂੰ ਇਹ ਫੋਕਸ ਕਰਦੇ ਹੋ ਕਿ ਹਾਊ ਆਰ ਦੇ ਫਾਈਨੈਂਸ਼ੀਅਲੀ ਹੈਲਥੀ, ਦੇ ਆਰ ਹੈਪੀ ਐਂਡ ਦੇ ਆਰ ਫਾਈਨੈਂਸ਼ੀਅਲੀ ਹੈਲਥੀ। ਇਹ ਤੁਹਾਡਾ ਫੋਕਸ ਰਹਿੰਦਾ, ਤੁਸੀਂ ਮੈਨੂੰ ਦੱਸੋ। ਬਿਲਕੁਲ ਫੋਕਸ ਇੱਦਾਂ ਹੈ ਜੀ। ਦੇਖੋ ਮੈਂ ਹਮੇਸ਼ਾ ਕਲਾਇੰਟ ਨੂੰ ਕਹਿਣਾ ਹੈ ਕਿ ਪਰਚੇਜ਼ ਐਂਡ ਸੇਲਸ ਐਗਰੀਮੈਂਟ ਸਾਈਨ ਕਰਨ ਤੋਂ ਪਹਿਲਾਂ ਸਾਡੇ ਨਾਲ ਇੱਕ ਵਾਰ ਸਲਾਹ ਜ਼ਰੂਰ ਕਰੋ। ਅਗਰ ਤੁਸੀਂ ਆਲਰੇਡੀ ਕਿਤੋਂ ਓਪੀਨੀਅਨ ਲੈ ਚੁੱਕੇ ਹੋ, ਸਾਡੇ ਨਾਲ ਸੈਕਿੰਡ ਓਪੀਨੀਅਨ ਜ਼ਰੂਰ ਲਓ ਜੀ। ਅਸੀਂ ਛੋਟੀ ਛੋਟੀ ਚੀਜ਼ਾਂ ਦੇ, ਦੇਖੋ ਕਿਤੇ ਦੁੱਧ $1 ਸਸਤਾ ਲੱਗਾ ਹੋਇਆ, ਅਸੀਂ ਕੂਪਨ ਲੈ ਕੇ ਉੱਥੇ ਜਾਂਦੇ ਕਿ ਨਹੀਂ ਜਾਂਦੇ 10 ਕਿਲੋਮੀਟਰ ਗੱਡੀ ਚਲਾ। ਹਾਂਜੀ ਯੈਸ, ਅਸੀਂ ਮਿਲੀਅਨ ਡਾਲਰ ਦੇ ਘਰ ਇੱਦਾਂ ਬਾਏ ਕੀਤੇ ਜਿੱਦਾਂ ਗਰੋਸਰੀ, ਮਤਲਬ ਗਰੋਸਰੀ ਵੀ ਅਸੀਂ ਕੇਅਰਫੁਲੀ ਬਾਏ ਕਰਦੇ। ਯੈਸ, ਸੇਬ ਨੂੰ ਚੈੱਕ ਕਰਦੇ ਆ, ਦੇਖਦੇ ਆ ਕਿਤੋਂ ਉੱਤੇ ਮਾਰਕ ਜਾਂ ਕਿਤੇ ਗਲਿਆ ਤਾਂ ਨਹੀਂ ਮਾੜਾ ਮੋਟਾ, ਰਾਈਟ, ਸੌਫਟ ਤਾਂ ਨਹੀਂ ਹੈਗਾ ਕੋਈ ਫਰੂਟ ਇੱਦਾਂ ਦਾ। ਹਾਂਜੀ ਬਿਲਕੁਲ ਘਰ ਬਾਏ ਕਰਨੇ ਆ ਅਸੀਂ, ਉਹ ਫਿਰ ਤਾਂ ਬਸ ਸਾਈਨ ਕਰਨੇ ਈਜ਼ੀ ਆ ਜੀ, $1 ਮਿਲੀਅਨ ਆ ਜੀ ਸਾਈਨ ਹੋ ਗਏ। ਅਸੀਂ ਇਹ ਲੌਂਗ ਟਰਮ ਸੋਚ ਸਾਡੀ, ਅਸੀਂ ਸੋਚਣਾ ਹੀ ਬੰਦ ਕਰਤਾ। ਇੱਕ ਬੜਾ ਐਗਜ਼ਾਮਪਲ ਦੇਣਾ ਆ, ਮੈਂ 2004 ਜਦੋਂ ਸਕੋਸ਼ੀਆ ਬੈਂਕ ਜੁਆਇਨ ਕੀਤਾ ਤਾਂ ਟ੍ਰੇਨਿੰਗ ਦੇ ਵਿੱਚ ਨਾ ਸਾਨੂੰ ਸਮਝਾਇਆ ਗਿਆ ਕਿ ਜਦੋਂ ਕਲਾਇੰਟ ਤੁਹਾਡੇ ਨਾਲ ਬੈਸਟ ਰੇਟ ਪੁੱਛਦਾ ਹੈ ਨਾ, ਹਾਂਜੀ, what is your best, that's the first question, that's basically, ਹਾਂਜੀ, ਮਤਲਬ ਜਦੋਂ ਤਾਂ we do ask this, ਬਹੁਤ ਸਾਰੇ ਮੋਰਗੇਜ ਏਜੰਟ ਹੈਗੇ ਆ, ਉਹ ਬੈਸਟ ਰੇਟ ਦੇ ਵਿੱਚ ਨਾ ਕਨਫਿਊਜ਼, ਇੱਕ ਤਰ੍ਹਾਂ ਕਨਫਿਊਜ਼ ਇਹ ਹੋ ਜਾਂਦੇ ਆ ਕਿ ਬੈਸਟ ਰੇਟ ਲੈ ਕੇ ਆਵਾਂ ਮਤਲਬ, ਬਿਕੋਜ਼ ਯੂ ਹੈਵ ਟੂ ਵਿਨ ਦਾ ਸੇਲਸ, ਰਾਈਟ। ਯੈਸ, ਸੋ ਤੁਸੀਂ ਬੈਸਟ ਰੇਟ ਲੈ ਕੇ ਆਏ, ਕਸਟਮਰ ਡੈਫੀਨੇਟਲੀ ਸ਼ॉप ਅਰਾਊਂਡ ਕਰ ਰਿਹਾ, ਉਹ ਕਿਸੇ ਹੋਰ ਇੰਸਟੀਟਿਊਸ਼ਨ ਕੋ ਚਲਾ ਗਿਆ, ਹੋਰ ਕਿਸੇ ਮੋਰਗੇਜ ਬ੍ਰੋਕਰ ਕੋ ਚਲਾ ਗਿਆ, ਉੱਥੇ ਉਹਨਾਂ ਨੇ ਬੈਟਰ ਰੇਟ ਦੇਤਾ। ਤਾਂ ਫਿਰ ਹੁਣ ਆਪਾਂ ਕੀ ਸਾਰੇ ਭੱਜ ਰਹੇ ਇਹਦੇ ਵਿੱਚ ਟੂ ਵਿਨ ਦਾ ਕਸਟਮਰ ਜੀ, ਕਿੱਦਾਂ ਬੈਸਟ ਰੇਟ। ਬਾਈ ਪ੍ਰੋਵਾਈਡ, ਕੋਈ ਇਹ ਗੱਲ ਹੀ ਨਹੀਂ ਕਰਦਾ ਕਿ ਜੋ ਬੈਸਟ ਰੇਟ ਕਸਟਮਰ ਚਾਹੁੰਦਾ ਆ, ਚਾਹੇ ਉਹ ਵੈਰੀਏਬਲ ਆ, ਚਾਹੇ ਉਹ ਸ਼ਾਰਟ ਟਰਮ ਹੈਗਾ ਆ, ਚਾਹੇ ਲੌਂਗ ਟਰਮ ਫਿਕਸ ਮੋਰਗੇਜ ਹੈਗਾ, ਲੇਕਿਨ ਜੋ ਪ੍ਰੋਡਕਟ ਹੈਗਾ ਉਹਦੀ ਨੀਡ 'ਚ ਫਿੱਟ ਬੈਂਦਾ ਕਿ ਨਹੀਂ ਬੈਂਦਾ। oh so that is the best rate if we say ਕਿ ਉਹ ਬੈਸਟ ਰੇਟ ਹੋਏਗਾ ਜੋ ਉਹਨਾਂ ਦੀ ਨੀਡ ਦੇ ਅਕੋਰਡਿੰਗ। ਡੈਫੀਨੇਟਲੀ ਹੁਣ ਕਿਸੇ ਨੇ ਇਨਵੈਸਟਮੈਂਟ ਪ੍ਰੋਪਰਟੀ ਬਾਈ ਕੀਤੀ ਹੈ, ਯੈਸ, ਔਰ ਉਹ ਕਹਿੰਦਾ ਕਿ ਮੈਂ ਇਨਵੈਸਟਮੈਂਟ ਪ੍ਰੋਪਰਟੀ ਮੈਂ ਜ਼ਿਆਦਾ ਤੋਂ ਜ਼ਿਆਦਾ 3 ਸਾਲ ਰੱਖਣੀ ਹੈ, ਜੀ, ਇੱਕ ਹੁੰਦਾ ਪਲਾਨ ਹਰ ਇੱਕ। ਹਾਂਜੀ ਹਾਂਜੀ, ਸੋ ਹੁਣ ਮੈਂ ਸੁਜੈਸਟ ਕਰੂੰਗਾ ਕਿ 3 ਈਅਰ ਫਿਕਸ ਲਓ। ਹੁਣ ਤੁਸੀਂ ਦੌੜੀ ਜਾਂਦੇ ਆ 5 ਈਅਰ ਬੈਸਟ ਦੇ ਵਿੱਚ, ਤੁਹਾਡਾ ਪਲਾਨ ਹੈ 3 ਸਾਲ ਦਾ। ਹੁਣ ਜਦੋਂ 3 ਸਾਲ ਬਾਅਦ ਤੁਸੀਂ ਪ੍ਰੋਪਰਟੀ ਵੇਚੀ ਤਾਂ ਉਸ ਟਾਈਮ ਤੁਹਾਨੂੰ ਪੈਨਲਟੀ ਜ਼ਿਆਦਾ ਲੱਗਣੀ, ਓ ਯੈਸ, ਕਿਉਂਕਿ ਫਿਕਸ ਰੇਟ ਦੀ ਪੈਨਲਟੀ ਕੈਲਕੂਲੇਸ਼ਨ ਇਜ਼ ਡਿਫਰੈਂਟ, ਜੀ ਵੈਰੀਏਬਲ ਦੀ ਡਿਫਰੈਂਟ ਹੈਗੀ ਹੈ। ਜੀ। ਸੋ ਇਹ ਬੜਾ ਇੰਪੋਰਟੈਂਟ ਹੈਗਾ ਯਾਰ। ਅੱਜ ਕੱਲ੍ਹ ਦੀ ਮੈਂ ਹੁਣ ਦੇਖਿਆ ਕਿ ਜਿੱਦਾਂ ਤੁਸੀਂ ਹੁਣ ਮੈਂਸ਼ਨ ਕੀਤਾ ਕਿ
ਮੋਰਗੇਜ ਏਜੰਟ ਹੈ ਜਿਹੜੇ ਉਹ ਬੈਸਟ ਰੇਟ ਦੇ ਪਿੱਛੇ ਹੀ ਭੱਜਦੇ ਆ ਤਾਂ ਕਿ ਅਸੀਂ ਲੌਕ ਕਰ ਦਈਏ ਡੀਲ। ਤੁਸੀਂ ਇਸ ਚੀਜ਼ ਨਾਲ ਅਗਰੀ ਕਰੋਗੇ ਕਿ ਸਮਵੇਅਰ ਉਹ ਜਿੱਦਾਂ ਕਲਾਇੰਟਸ ਨੂੰ ਮਿਸਗਾਈਡ ਕਰਦੇ ਪਏ ਆ ਕਿ ਮਤਲਬ 5 ਸਾਲ ਬਸ ਇਹਨਾਂ ਦੀ ਡੀਲ ਲੌਕ ਕਰ ਦਈਏ ਲੋਐਸਟ ਨਾਟ ਬੈਸਟ ਲੋਐਸਟ ਰੇਟ ਦੇ ਕੇ, ਭਾਵੇਂ 5 ਸਾਲ ਦੀ ਹੈ ਭਾਵੇਂ 4 ਸਾਲ ਦੀ ਹੈ, ਬਸ ਆਪਾਂ ਅੱਜ ਦੀ ਡੇਟ ਦੇ ਵਿੱਚ ਡੀਲ ਲੌਕ ਕਰ ਦਈਏ। ਤੁਸੀਂ ਇਸ ਚੀਜ਼ ਨਾਲ ਅਗਰੀ ਕਰੋਗੇ? ਡੂ ਯੂ ਥਿੰਕ ਇਹਦੇ ਵਿੱਚ ਵੇ ਹੋ ਰਿਹਾ? ਹਾਂਜੀ ਦੋ ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਐਗਜ਼ੈਕਟਲੀ। ਹਾਂਜੀ ਅਗਰ ਕੋਈ ਮੋਰਗੇਜ ਏਜੰਟ ਇਹ ਕਹਿੰਦਾ ਆ ਕਿ ਦਿਸ ਇਜ਼ ਮਾਈ ਬੈਸਟ ਰੇਟ, ਨੋਬਡੀ ਕੈਨ ਬੀਟ ਇਟ, ਜੀ ਦੈਟਸ ਅ ਮਿਥ। ਜੀ ਹੁਣ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੈ, ਜੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਇੱਕ ਡਿਪਾਰਟਮੈਂਟ ਹੈਗਾ ਆ ਪ੍ਰਾਈਵੇਟ ਬੈਂਕਿੰਗ। ਜੀ ਸੋ ਜਿੰਨੇ ਵੀ ਤੁਸੀਂ ਕਹਿ ਦਿਓ ਕਿ ਰਿਚ ਕਸਟਮਰਸ ਹੈਗੇ ਆ, ਜੀ ਦੇ ਗੋ ਪ੍ਰਾਈਵੇਟ ਬੈਂਕਿੰਗ ਯੈਸ straight wealth management wealth management and they get their best rates there, right? For example, जो भी जी है। So दूसरे पास से competition हैगा या ये सिर्फ financial institution दी branches जी they do mortgages too। जी फिर तीसरा level होता कि same financial institution दी sales force या ਜਿਹਨੂੰ mortgage specialist, mobile mortgage specialist ਅਸੀਂ ਕਹਿ ਦਿੰਦੇ ਹਾਂ। So that's the third level they originating the business। ਫਿਰ financial institutions ਜਿਹੜੇ ਹੈਗੇ ਆ ਉਹ independent brokers ਨਾਲ ਵੀ ਡੀਲ ਕਰਦੇ ਆ। जी So one financial institution is dealing with 4 different channels। So if one customer branch ਉਹਨੂੰ different rate offer ਦੇ ਰਹੀ ਹੈ, जी ਉਸ institution ਦਾ mortgage specialist ਉਹਨੂੰ different rate offer ਦੇ ਰਿਹਾ ਹੈ, जी mortgage independent mortgage broker different rate offer ਕਰ ਰਿਹਾ ਹੈ। जी Financial institution same ਹੈ जी जी ਔਰ ਤਿੰਨਾਂ ਦੇ rate different। yes ਔਰ ਕਈ ਸਿਚੁਏਸ਼ਨਸ ਦੇ ਵਿੱਚ ਮੈਂ ਇਦਾਂ ਦੇਖਿਆ ਹੈ, ਸਪੈਸ਼ਲੀ ਜੋ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਸੇਲਸ ਰਿਪਰੈਜ਼ੈਂਟੇਟਿਵ ਜਿਹਨਾਂ ਨੂੰ ਮੋਬਾਈਲ ਮੋਰਗੇਜ ਸਪੈਸ਼ਲਿਸਟ ਕਹਿੰਦੇ ਆ, ਦੇ ਬਾਈ ਡਾਊਨ ਦ ਰੇਟ, ਮੀਨਸ ਦੇ ਆਰ ਔਨ ਕਮਿਸ਼ਨ ਬੇਸਿਸ ਵਿੱਚ। जी They usually call them I am on the variable pay. okay They don't use the commission word. They call them a variable pay. जी But they make $0. They buy down the rate okay to make the customer happy without knowing that product fits well and the customer needs or not. yes And ਤੁਸੀਂ ਮੰਨ ਲਓ 5 ਤੋਂ 7 ਘੰਟੇ ਉਸ ਫਾਈਲ ਚਲਾਏ, ਤੁਹਾਡਾ ਕਹਿੰਦੇ ਉਹਦੇ ਰੋ ਧੋ ਕੇ ਤੁਹਾਡਾ $500 ਬਣਿਆ। ਬਟ ਇਜ਼ ਇਟ ਵਰਥ ਟੂ ਬੀ ਇਨ ਦਿਸ ਬਿਜ਼ਨਸ ਫॉर ਯੂ, ਜਾਂ ਤੁਹਾਨੂੰ ਟ੍ਰੇਨਿੰਗ ਦੀ ਲੋੜ ਹੈ? ਪਰ ਤੁਹਾਨੂੰ ਲੱਗਦਾ ਕਿ ਐਦਾਂ ਦੇ ਜਿਹੜੇ ਏਜੰਟਸ ਹੈ ਉਹ ਕਸਟਮਰ ਨੂੰ ਵੀ ਮਿਸਲੀਡ ਕਰਦੇ ਆ? ਹੁਣ ਉਸ ਪੁਆਇੰਟ ਤੇ ਆਣਾ, ਇਹਦੇ ਵਿੱਚ ਕੀ ਹੈਗਾ ਕਿ ਮਿਸਲੀਡ ਪੋਸੀਬਲ, ਬਟ ਲੈਕ ਆਫ ਐਜੂਕੇਸ਼ਨ ਦੇ ਨਾਲ ਤੁਸੀਂ ਮਿਸਲੀਡ ਹੀ ਕਰੋਗੇ ਨਾ। ਐਗਜ਼ੈਕਟਲੀ ਜੀ ਜੀ ਤੁਸੀਂ ਨੋਇੰਗਲੀ ਨਹੀਂ ਕਰ ਰਹੇ। ਸੋ ਇਸ ਲਈ ਇੱਕ Right. ਕੋਚਿੰਗ ਹੈ ਜਿਹੜੀ ਤੁਸੀਂ ਪ੍ਰੋਵਾਈਡ ਕਰਦੇ ਹੋ। ਉੱਤੇ ਫਿਰ ਸਾਡੇ ਵਰਗੇ ਕੋਚ ਕੰਮ ਆਉਂਦੇ ਆ। ਐਗਜ਼ੈਕਟਲੀ ਜੀ। ਯੂ ਨੋ ਕਿ ਕਈ ਚੀਜ਼ਾਂ ਅਸੀਂ ਲਾਈਫ ਦੇ ਵਿੱਚ ਨਾ ਕੰਪੀਟੀਸ਼ਨ ਦੇ ਵਿੱਚ ਅਸੀਂ ਵਿਨ ਨਹੀਂ ਕਰ ਸਕਦੇ ਬਿਜ਼ਨਸ ਦੇ ਵਿੱਚ। ਯੈਸ ਉੱਥੇ ਫਾਈਟ ਕਰਨ ਦਾ ਫਾਇਦਾ ਨਹੀਂ ਹੈ। ਯੈਸ ਉੱਥੇ ਕਸਟਮਰ ਨੂੰ ਰਾਈਟ ਐਡਵਾਈਸ ਦੇ ਕੇ ਹੀ ਤੁਸੀਂ ਉਹਦਾ ਬਿਜ਼ਨਸ ਵਿਨ ਕਰ ਸਕਦੇ। ਜੀ ਉਹਨੂੰ ਫੈਕਟ ਚੈੱਕ ਤੋਂ ਔਰ ਉਹਨੂੰ ਨੌਲੇਜ ਪ੍ਰੋਵਾਈਡ ਕਰੋ ਔਰ ਬੈਸਟ ਰੇਟਸ ਦੇ ਨਾਲ ਇੱਕ ਹੋਰ ਕਈ ਚੀਜ਼ਾਂ ਹੁੰਦੀਆਂ ਆ। ਯੂਜੂਅਲੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਵਿੱਚ ਜੈਸ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਮੈਂ ਕੰਮ ਕਰਦਾ ਸੀਗਾ, ਉੱਥੇ 3 ਕੈਟਾਗਰੀਜ਼ ਹੁੰਦੀਆਂ ਸੀ ਓਕੇ ਮੋਰਗੇਜ ਪ੍ਰੋਡਕਟਸ ਦੀਆਂ। ਜੀ ਪਹਿਲੀ ਕੈਟਾਗਰੀ ਸੀਗੀ ਕਿ ਬੈਸਟ ਰੇਟ ਵਾਲੀ ਕੈਟਾਗਰੀ। ਜੀ ਉਹਦੇ ਵਿੱਚ ਉਹਨਾਂ ਨੇ ਤੁਹਾਨੂੰ ਅਮੋਰਟਾਈਜੇਸ਼ਨ 30 ਸਾਲ ਨਹੀਂ ਦੇਣਾ, 25 ਸਾਲ ਦਾ ਅਮੋਰਟਾਈਜੇਸ਼ਨ ਦੇਣਾ। ਔਰ ਕੁਝ ਫੀਚਰਸ ਹੁੰਦੇ ਆ ਕਿ ਜੇ ਤੁਸੀਂ ਆਪਣੀ ਮੋਰਗੇਜ ਜਲਦੀ ਪੇ ਕਰਨੀ ਹੈ ਉਹ ਵੀ ਲਿਮਿਟ ਘਟਾ ਦੇ। ਉਹਦੇ ਵਿੱਚ ਇੱਕ ਪੋਰਟ ਦਾ ਆਪਸ਼ਨ ਹੁੰਦਾ ਆ ਕਿ ਅਗਰ ਤੁਸੀਂ ਮੋਰਗੇਜ ਬ੍ਰੇਕ ਕਰਕੇ ਪ੍ਰੋਪਰਟੀ ਸੈਲ ਕੀਤੀ, ਮੋਰਗੇਜ ਬ੍ਰੇਕ ਹੋ ਗਈ ਔਰ ਨਈ ਪ੍ਰੋਪਰਟੀ ਤੇ ਉਸ ਮੋਰਗੇਜ ਨੂੰ ਪੋਰਟ ਕਰ ਸਕਦੇ ਆ ਜੀ ਬਿਨਾਂ ਪੈਨਲਟੀ ਦਿੱਤੇ ਬੈਕ। ਉਹ ਆਪਸ਼ਨ ਵੀ ਖਤਮ ਹੋ ਜਾਂਦਾ ਹੈ। ਇੱਕ ਆਪਸ਼ਨ ਹੁੰਦਾ ਮਿਸ ਅ ਪੇਮੈਂਟ,
ਮਿਸ ਅ ਪੇਮੈਂਟ ਜਦੋਂ ਸਭ ਤੋਂ ਬੜੀ ਗੱਲ ਹੈ ਕਿ ਮੈਂ ਇਹ ਆਪਸ਼ਨ ਨਾ ਕਲਾਇੰਟ ਦੇ ਮੂੰਹ ਤੋਂ ਕਦੀ ਸੁਣਿਆ ਹੀ ਨਹੀਂ ਹੈ, ਔਰ ਜਦੋਂ ਮੈਂ ਕਲਾਇੰਟ ਨੂੰ ਦੱਸਦਾ ਆ ਉਹਨਾਂ ਨੂੰ ਪਤਾ ਹੀ ਨਹੀਂ ਮਿਸ ਅ ਪੇਮੈਂਟ ਕੀ ਹੈ ਕਿ ਪ੍ਰਿਵਿਲੇਜ ਤੁਹਾਨੂੰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਦਿੱਤਾ ਹੋਇਆ ਕਿ ਤੁਸੀਂ ਐਕਸਟਰਾ ਪੇਮੈਂਟ ਜਦੋਂ ਮੋਰਗੇਜ ਦੀ ਕਰਦੇ ਆ ਨਾ, ਜੋ ਐਕਸਟਰਾ ਮਨੀ ਗੋਇੰਗ ਟੂ ਯੋਰ ਪ੍ਰਿੰਸੀਪਲ ਔਰ ਤੁਹਾਡਾ ਮੋਰਗੇਜ ਦਾ ਲੋਨ ਲੋ ਹੋ ਜਾਂਦਾ। ਮੰਨ ਲਓ ਤੁਸੀਂ 3 ਸਾਲਾਂ ਦੇ ਵਿੱਚ ਇੱਕ ਪੇਮੈਂਟ ਐਕਸਟਰਾ ਦੇਤੀ ਮੋਰਗੇਜ ਦੀ, 10 ਪੇਮੈਂਟਸ ਐਕਸਟਰਾ ਚਲੇ ਗਈਆਂ। ਸੋ ਫਿਊਚਰ ਦੇ ਵਿੱਚ ਕੋਈ ਇੱਦਾਂ ਦਾ ਚੈਲੰਜ ਆਉਂਦਾ ਆ, ਯੂ ਕੈਨ ਆਸਕ ਦ ਬੈਂਕ ਕਿ ਜੋ ਮੈਂ ਐਕਸਟਰਾ ਪੇਮੈਂਟ ਦਿੱਤੀ ਸੀ ਨਾ, ਕੈਨ ਯੂ ਐਡਜਸਟ ਇਨ ਮਾਈ ਕਮਿੰਗ 3 payments? Then you can miss the 3 payments. Okay. Those payments you paid maybe in the past years. So that's a miss a payment option. So nobody knows? So that option was very well when people were in crisis here. On that time, मतलब अड्डियाँ चुक के फहा लैन दी बजाए 10-10 प्रॉपर्टियाँ 5-5 प्रॉपर्टियाँ बुक कराने दी बजाए अगर जड़ियाँ एग्जिस्टिंग प्रॉपर्टीज ਨੂੰ भी हेल्दी रख दे जी, so they would be future wealthier people. Market का रेता तो नहीं रहनी, हाँ जी, it will change, it will get better, जी, but damage इतना होया कि time लग रहा है इस चीज़ से, and it's a global situation also, so many things basically, right? So coming back to that, coaching is very important. जी, मैं 22 साल के बाद आज भी मैं भी कोचिंग ले रही है अच्छा, क्योंकि मैनू भी बहुत नवी चीज़ां सीखनी है और मैनू पर्सनल लेवल पे ग्रो करना है ताकि मैं अपनी टीम नू बेस्ट टीम बना सकां बेसिकली। wow, Yeah. wow, सो that, जब ही गल ट्रेनिंग दी आउंदी है ना, जी, प्रोडक्ट्स एंड पॉलिसीज लैंडर्स दियां वो सारियां ब्लैक एंड वाइट पईयां हैं। जी, थानू एक बार समझ आ गया जी, मेन चीज़ की हैगी है कि यू आर द CEO ऑफ योर कंपनी एज अ मॉर्गेज एजेंट, ये थोड़ा बिजनेस है, यू आर द CEO। जी, नंबर 2 यू आर द HR आल्सो, जी, yes, बेसिकली डिसिप्लिन भी चाहिए है ना उस टाइम। नंबर 3 ਤੁਸੀਂ ਜਦੋਂ ਮਾਰਕੀਟ ਜਾਣਾ ਆ, ਯੂ ਆਰ ਅ ਸੇਲਸ ਰਿਪਰੈਜ਼ੈਂਟੇਟਿਵ ਆਲਸੋ ਐਂਡ ਯੂ ਆਰ ਅ ਐਡਵਾਈਜ਼ਰ ਆਲਸੋ। ਔਨ ਟਾਪ ਆਫ ਦੈਟ ਤੁਸੀਂ ਜਦੋਂ ਕੰਡੀਸ਼ਨ ਡੀਲ ਅਪਰੂਵ ਹੋ ਗਈ ਉਹਦੀ ਕੰਡੀਸ਼ਨਲ ਫੁਲਫਿਲਮੈਂਟ ਕਰਨੀ ਹੈ, ਯੂ ਆਰ ਐਡਮਿਨਿਸਟ੍ਰੇਟਿਵ ਜੌਬ ਆਲਸੋ ਐਂਡ ਦ ਮੋਸਟ ਇੰਪੋਰਟੈਂਟ ਕੰਪਲਾਇੰਸ। yes, ਜਦੋਂ ਫਾਈਲ ਕੰਪਲੀਟ ਹੋ ਗਈ ਕਿ ਉਹ ਕੰਪਲਾਇੰਸ ਦੇ ਉੱਤੇ ਜੋ ਉਹਨਾਂ ਦੇ ਡਾਕੂਮੈਂਟਸ ਹੈਗੇ ਆ ਉਹ ਪ੍ਰੋਪਰਲੀ ਕੰਪਲਾਇੰਟ ਹੈ ਕਿ ਨਹੀਂ ਹੈਗੇ। ਜੀ, ਔਰ ਦੈਨ ਫਿਰ ਗੱਲ ਆਉਂਦੀ ਹੈ ਕਿ ਜਦੋਂ ਤੁਹਾਡੀ ਪੇਮੈਂਟ ਆਉਂਦੀ ਹੈ, ਬਿਕੋਜ਼ ਸੈਲਫ ਇੰਪਲਾਇਡ ਹੈਗੇ ਆ, ਤੁਹਾਨੂੰ ਕਮਿਸ਼ਨ ਦੀ ਪੇਮੈਂਟ ਆਈ ਹੈ ਔਰ ਉਹ 'ਚ ਟੈਕਸ ਨਹੀਂ ਕੱਟ ਹੁੰਦਾ, ਆਫ ਕੋਰਸ ਯੂ ਪੇ ਯੂਰ ਓਨ ਟੈਕਸਿਸ। ਸੋ ਹਾਊ ਟੂ ਮੇਕ ਅ ਟੈਕਸ ਪਲਾਨਿੰਗ ਆਲਸੋ, ਐਂਡ ਆਫ ਦ ਈਅਰ ਦਾ ਪੇਨਾ ਹੈ। ਕਿੰਨੇ ਮੋਰਗੇਜ ਏਜੰਟ ਜਿਹੜੇ ਹੈਗੇ ਆ ਉਹ ਟੈਕਸ ਜਿਹੜਾ ਹੈ ਗਵਰਨਮੈਂਟ ਨੂੰ ਐਡਵਾਂਸ ਦਿੰਦੇ ਆ? ਜੀ, ਆਈ ਕੈਨ ਸੇ ਇਜ਼ ਵੈਰੀ ਫਿਊ। ਸਵਾਲ ਮੈਨੂੰ ਲੱਗਿਆ ਤੁਸੀਂ ਕਹਿਣ ਵਾਲੇ ਹੋ ਕਿ ਆਈ ਮੀਨ ਆਪਣੀ ਇਸ ਕੰਪਨੀ ਦੇ ਵਿੱਚ ਤਾਂ ਤੁਸੀਂ ਸਭ ਨੂੰ ਕੋਚ ਉਸ ਹਿਸਾਬ ਨਾਲ ਖਿੱਚਦੇ ਹੋ, ਬਟ ਮਤਲਬ ਇੱਕ ਵਾਰ ਬੇਚੈਕ ਆ ਗਿਆ ਉਹਨੂੰ ਯੂਜ਼ ਕਰ ਲਿਆ ਔਰ ਟੈਕਸ ਵਾਲਾ ਅਮਾਊਂਟ ਰੱਖਿਆ ਹੀ ਨਹੀਂ ਹੈ। ਬਿਲਕੁਲ, ਉਹ ਵੀ ਮੈਨੇਜ ਕਰਨਾ ਨਾ। ਦੇਖੋ ਐਂਡ ਆਫ ਦਾ ਡੇ ਤੁਸੀਂ 50,000 ਵੀ ਕਮਾਇਆ, ਉੱਤੇ ਟੈਕਸ ਦਾ ਰਾਈਟ ਆਫ ਕਰਕੇ ਕੁਛ ਤਾਂ ਟੈਕਸ ਮਾਰਨਾ ਹੈ ਨਾ। ਜੀ, ਤਾਂ ਅਸੀਂ A to Z ਬੇਸਿਕਲੀ। ਯੈਸ, ਉਸ ਤੋਂ ਬਾਅਦ ਇਹ ਵੀ ਹੈਗਾ ਕਿ ਅੱਗੇ ਡ੍ਰੀਮ ਕੀ ਹੈਗੀ ਹੈ ਮੋਰਗੇਜ ਏਜੰਟ ਤੇ, ਉਹਨਾਂ ਨੇ ਅੱਗੇ ਲੀਡਰਸ਼ਿਪ ਰੋਲ 'ਚ ਆਉਣਾ ਆ, ਉਹਨਾਂ ਨੇ ਗਰੋ ਕਰਨਾ ਆ ਹੋਰ, ਔਰ ਦੇ ਨੀਡ ਮੋਰ ਬਿਜ਼ਨਸ, ਔਰ ਇੱਕ ਹਾਈ ਵੋਲਿਊਮ 'ਤੇ ਉਹਨਾਂ ਨੇ ਲੈ ਕੇ ਜਾਣਾ ਹੈ ਬਿਜ਼ਨਸ ਨੂੰ। ਸੋ ਡੈਫੀਨੇਟਲੀ ਦੇ ਨੀਡ ਅਸਿਸਟੈਂਸ। ਯੈਸ, ਸੋ ਟੀਮ ਬਿਲਡਿੰਗ। ਸੋ ਅਸੀਂ ਫਿਰ ਉਹਨਾਂ ਨੂੰ ਹੈਲਪ ਕਰਦੇ ਹਾਂ ਕਿ ਏਜੰਟ ਉਹਨਾਂ ਦੇ ਨਾਲ ਇੱਕ ਗਰੁੱਪਸ ਲਾਉਣੇ ਆ ਕਿ ਇਟਸ ਮਿਊਚੁਅਲ ਗਰੋਥ, ਸੋ ਦੇ ਕੈਨ ਬੀ ਅ ਪਾਰਟ ਆਫ देयर टीम। Wow, that's great. Okay. So as karke, I don't have a 500 agents. Yes. I don't have a 300 agents. But the agents I have it, मैं चाहना है कि वो volume produce करें. मतलब एक्टिव हों। I want to make them all-rounder, basically. Yes. Or everything is possible. End of the name. क्योंकि हर एक नू मैं कहना है कि coachable. जी, Right? जी, So अगर चंगा कोच होना ही जरूरी नहीं हैगा या थानू 2 चीज़ां लाइफ बड़ी इंपॉर्टेंट हैगियां। एक तो अनलर्न करना पिया चीज़ां ਨੂੰ। ਕਈ ਚੀਜ਼ਾਂ ਅਸੀਂ ਸਾਡੇ ਮਾਈਂਡਸੈਟ 'ਚ ਹੀ ਇੱਦਾਂ ਨਹੀਂ ਹੁੰਦੀਆਂ ਆ ਕਿ ਉਹ ਪੱਥਰ ਦੀ ਲਕੀਰ ਬਣਾ ਲੈਂਦੇ ਜੀ ਅਸੀਂ ਹਿੱਲਣਾ ਹੀ ਨਹੀਂ ਇਹਨਾਂ
ਬਿਕੋਜ਼ ਬਿਜ਼ਨਸ ਦੇ ਨਾਲ ਅਸੀਂ ਕੀ ਹੈਗਾ ਕਿ ਹੋਰ ਡਿਫਰੈਂਟ ਪਰਸਨੈਲਿਟੀਜ਼ ਦੇ ਨਾਲ ਅਸੀਂ ਡੀਲ ਕਰਦੇ ਹਾਂ, ਡਿਫਰੈਂਟ ਨੀਡਸ ਹੁੰਦੀਆਂ ਆ। ਸੋ ਮੈਨੀ ਚੀਜ਼ਾਂ ਜਿਹੜੀਆਂ ਸਾਡੀਆਂ ਕੰਡੀਸ਼ਨਿੰਗਸ ਹੈਗੀਆਂ, ਵੀ ਹੈਵ ਟੂ ਅਨਲਰਨ, ਤਾਂ ਕਿ ਜਿਹੜੀ ਨਵੀਂ ਐਜੂਕੇਸ਼ਨ ਜਾਂ ਨਵੀਂ ਨੌਲੇਜ ਹੈ ਉਹਦੇ ਵਾਸਤੇ ਅਸੀਂ ਆਪਣੇ ਬ੍ਰੇਨ 'ਚ ਥੋੜ੍ਹੀ ਜਗ੍ਹਾ ਬਣਾਈਏ, ਜੀ ਉਹ ਵੀ ਇੰਪੋਰਟੈਂਟ ਹੈਗਾ। ਸੋ ਇਟਸ ਯੂਜ਼ yeah, so for me is personal growth also a business growth. They are totally parallel to each other, has to be grow simultaneously ਮੇਰੇ ਹਿਸਾਬ ਨਾਲ basically. ਜਿੱਦਾਂ ਹੁਣ ਤੁਹਾਨੂੰ ਤੁਸੀਂ ਮੈਨੂੰ ਕਹਿੰਦੇ ਪਏ ਸੀਗੇ ਤੁਸੀਂ ਬੈਂਕ 'ਚ ਵੀ ਕੰਮ ਕੀਤਾ ਹੈ, ਤੁਸੀਂ ਬ੍ਰੋਕਰੇਜ 'ਚ ਵੀ ਕੰਮ ਕੀਤਾ ਹੈ। ਵਾਟ ਇਜ਼ ਦ ਡਿਫਰੈਂਸ ਇਨ ਦੀਜ਼ ਬੋਥ? ਹੁਣ ਮੈਨੂੰ ਨਾ ਤੁਸੀਂ ਐਸ ਝੰਜਟ ਬਾਤ ਆ, ਦੇਖੋ ਡਿਫਰੈਂਸ ਤਾਂ ਹੈ ਇਹਦੇ ਵਿੱਚ ਨਾ। ਜਦੋਂ ਮੈਂ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਨਾਲ ਕੰਮ ਕਰਦਾ ਹਾਂ ਐਜ਼ ਅ ਮੋਰਗੇਜ ਸਪੈਸ਼ਲਿਸਟ, ਸੋ ਮੇਰੀ ਲਿਮਿਟੇਸ਼ਨਸ ਕੀ ਹੈਗੀਆਂ ਆ ਕਿ ਮੇਰੇ ਜਿਹੜੇ ਪ੍ਰੋਡਕਟਸ ਹੈਗੇ ਆ ਨਾ, ਉਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਹੀ ਪ੍ਰੋਡਕਟਸ ਹੈਗੇ ਆ, ਜੋ ਕਿ ਮੈਂ ਕਸਟਮਰ ਨੂੰ ਬੇਸਿਕਲੀ ਐਡਵਾਈਸ ਕਰ ਸਕਦਾ ਹਾਂ। ਇੱਕ ਤਾਂ ਉਹ ਲਿਮਿਟੇਸ਼ਨਸ ਹੈ। ਸੋ ਮੋਸਟਲੀ ਬੈਂਕਸ ਦੇ ਮੋਰਗੇਜ ਸਪੈਸ਼ਲਿਸਟ ਜਿਹੜੇ ਹੈਗੇ ਆ ਉਹ ਇਹ ਲੈਂਡਿੰਗ ਹੀ ਕਰਦੇ ਆ ਬੇਸਿਕਲੀ। A lending. So there is a B lending also. There is a private lending ਜਿਹਨੂੰ ਕਹਿ ਦਿੰਦੇ ਆ। ਤਾਂ ਉਹਨਾਂ ਦਾ ਐਕਸੈਸ ਉਧਰ ਨਹੀਂ ਹੈਗਾ, ਔਰ ਉਹਦੇ ਵਾਸਤੇ ਇੱਕ ਤਾਂ ਇੱਕ ਲਿਮਿਟੇਸ਼ਨਸ ਹੋ ਗਈ। ਦੂਸਰੀ, ਜਿੰਨਾ ਵੀ ਉਹ ਬਿਜ਼ਨਸ ਕਰਦੇ ਆ ਔਰ ਜੋ ਵੀ ਉਹਨਾਂ ਦੀ ਕਲਾਇੰਟਲ ਹੈਗੀ ਆ, ਜਦੋਂ ਉਹਨਾਂ ਨੇ ਇੰਸਟੀਟਿਊਸ਼ਨ ਨੂੰ ਛੱਡਿਆ, ਉਹ ਕਲਾਇੰਟ ਇੰਸਟੀਟਿਊਸ਼ਨ ਦੇ ਹੋ ਗਏ ਜੀ। ਸੋ ਬੁੱਕ ਆਫ ਬਿਜ਼ਨਸ ਇਜ਼ ਲਾਸਟ ਜੀ। ਔਰ ਤੀਸਰੀ ਚੀਜ਼ ਹੈਗੀ ਆ ਕਿ ਇੱਕ ਮੋਰਗੇਜ ਏਜੰਟ 100,000 ਕਮਿਸ਼ਨ ਕਮਾ ਰਿਹਾ, ਇੱਕ ਬੈਂਕ ਦਾ ਮੋਰਗੇਜ ਸਪੈਸ਼ਲਿਸਟ 100,000 ਕਮਿਸ਼ਨ ਕਮਾ ਰਿਹਾ। ਉਹਨਾਂ ਦਾ ਕਮਿਸ਼ਨ ਜਿਹੜਾ ਹੈਗਾ CPP, EI, ਟੈਕਸਿਸ, ਆਲ ਦੀਸ ਥਿੰਗਸ, ਉਹ ਡਿਡਕਟ ਹੋ ਕੇ ਜਾ ਰਿਹਾ ਜੀ। ਔਰ ਐਜ਼ ਅ ਬੈਂਕ ਮੋਰਗੇਜ ਸਪੈਸ਼ਲਿਸਟ ਤੁਹਾਡੀ ਲਿਮਿਟੇਸ਼ਨਸ ਹੈਗੀਆਂ ਆ ਰਾਈਟ ਆਫ ਕਰਨ ਦੀਆਂ। ਜਿੱਦਾਂ ਤੁਸੀਂ ਹੋਮ ਆਫਿਸ ਵੇਚ ਸਕਦੇ, ਤੁਸੀਂ ਆਪਣਾ ਪਰਸਨਲ ਆਫਿਸ ਨਹੀਂ ਲੈ ਸਕਦੇ। ਈਦਰ ਵਰਕ ਫਰੋਮ ਦਾ ਬ੍ਰਾਂਚ, ਔਰ ਬ੍ਰਾਂਚ ਦੇ ਆਵਰਸ ਹੈਗੇ ਆ ਫਿਰ ਜੀ। ਅਗਰ ਬ੍ਰਾਂਚ ਦੇ ਆਵਰਸ ਤੋਂ ਬਾਅਦ ਕਲਾਇੰਟ ਨੂੰ ਮਿਲਣਾ ਹੈ, ਸੋ ਔਰ ਬਲਕਿ ਸਾਡੇ ਤਾਂ ਪਾਈਨਐਪਲ ਦੇ ਦੋ ਆਫਿਸ ਹੈਗੇ, ਇੱਕ ਮਾਰਕਮ ਦਾ ਹੈਗੇ ਇੱਥੇ, ਰਾਈਟ। ਸੋ ਪਾਈਨਐਪਲ ਹੈਡ ਆਫਿਸ ਇਨ ਆਈ ਐਮ ਅ ਟੀਮ ਲੀਡਰ ਪਾਈਨਐਪਲ, ਰਾਈਟ। ਸੋ ਔਰ ਦੂਸਰੀ ਚੀਜ਼ ਹੈਗੀ ਆ ਕਿ mortgage agents can write off more in taxes. The reason ਕੀ ਹੈਗਾ, bank support ਕਰਦਾ ਹੈ ਉਹਨਾਂ ਨੂੰ as mortgage specialist ਨੂੰ, bank spend money on them and so write offs are very less. ਇੱਥੇ ਤੁਸੀਂ ਆਪ business run ਕਰ ਰਹੇ ਹੈ, every single like even ਤੁਸੀਂ ਪੈਨ ਵੀ ਬਾਈ ਕਰਦੇ ਆ ਆਫਿਸ ਵਾਸਤੇ, you can write it off it ਜੀ, right। ਔਰ ਦੂਸਰੀ ਇੰਪੋਰਟੈਂਟ ਚੀਜ਼, ਮੈਂ ਆਹ ਇੰਪੋਰਟੈਂਟ ਚੀਜ਼ ਹਰ ਇੱਕ ਮੋਰਗੇਜ ਏਜੰਟ ਨੂੰ ਕਹਿਣਾ ਚਾਹੁੰਦਾ ਹਾਂ। ਮੇਰੀ ਇੱਕ ਹੰਬਲ ਇੱਕ ਰਿਕੁਐਸਟ ਹੈਗੀ ਆ ਕਿ ਜਿੰਨੇ ਵੀ ਆਪਣੇ ਮੋਰਗੇਜ ਏਜੰਟ ਹੈ ਨਾ, ਸੋ ਬੇਸਿਕਲੀ ਕਮਿੰਗ ਬੈਕ ਟੂ ਦ ਪੁਆਇੰਟ, ਸੋ being a mortgage agent, you have access to A lending, you have access to B lending, you have access to private lending. But being a bank's mortgage specialist, you have only access to the A lending. And ਜਿਹੜੀ ਦੂਸਰੀ ਚੀਜ਼ ਮੈਂ ਦੇਖੀ ਹੈ ਫਿਰ ਕਿ ਘਰਾਂ ਦੇ ਪ੍ਰਾਈਸਿਸ ਜਿਸ ਹਿਸਾਬ ਨਾਲ ਵਧੇ ਆ, ਉਹਦਾ ਇਨਕਮਸ ਨਹੀਂ ਬਣੀਆਂ ਜੀ। ਯੈਸ। ਸੋ ਉਹਦੇ ਅਕੋਰਡਿੰਗਲੀ ਇੱਕ ਇਹ ਲੈਂਡਿੰਗ ਦਾ ਮਤਲਬ ਕੀ ਹੈਗਾ ਆ ਕਿ ਅਗਰ ਤੁਹਾਡੀ ਡਾਊਨ ਪੇਮੈਂਟ 20% ਤੋਂ ਘੱਟ ਆ, ਤਾਂ ਤੁਹਾਡਾ ਮੰਥਲੀ ਮੋਰਗੇਜ ਦਾ ਖਰਚਾ ਜਾਂ ਉਸ ਘਰ ਦੇ ਰਿਲੇਟਡ ਖਰਚਾ, ਪ੍ਰਿੰਸੀਪਲ, ਇੰਟਰਸਟ ਪੇਮੈਂਟਸ, ਪ੍ਰੋਪਰਟੀ ਟੈਕਸ etc. should not be more than 39%. जी, okay. और 39. अगर तुसी 20% देने down payment, it should not be more than 44%, 45% basically. All your expenses shown your credit bureau, including your mortgage, the payment हो गई, property tax और heating the खर्चा ला के 44-45%. लेकिन की in reality ਇੰਨੀ ਇਨਕਮਸ ਅਰਨ ਕਰਦੇ ਕਸਟਮਰਸ। ਸੋ ਇਹ ਲੈਂਡਿੰਗ ਇਜ਼ ਸ਼ਰਿੰਕਿੰਗ। That's why there is no comparison between mortgage specialist and the mortgage agent.
ਅੱਜ ਦੀ ਡੇਟ 'ਚ ਮੈਂ ਕੋਈ ਕੰਪੇਅਰ ਨਹੀਂ ਕਰ ਸਕਦਾ ਜੀ ਕਿਉਂਕਿ ਕੰਪੈਰੀਜ਼ਨ ਹੋ ਹੀ ਨਹੀਂ ਸਕਦਾ। ਜੀ ਕਿੱਥੇ ਤਾਂ ਤੁਹਾਡੇ ਕੋਲ 40-50 ਲੈਂਡਰਸ ਹੈਗੇ ਆ, ਕਿੱਥੇ ਤੁਹਾਡੇ ਕੋਲ ਇੱਕ ਲੈਂਡਰ ਦੇ ਪ੍ਰੋਡਕਟ ਹੈ। ਹਾਲਾਂਕਿ ਮੈਂ ਕੰਮ ਕੀਤਾ ਆ ਜੀ ਇੱਕ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਐਂਡ ਨਾਲ। ਯੂ ਡਿਡ ਸੋ ਵੈਲ Yes. ਤੁਸੀਂ ਮਤਲਬ ਟੌਪ ਰੈਕੋਰਡ ਹਿੱਟ ਕਰਨਾ ਉਸ ਚੀਜ਼ ਦੇ ਵਿੱਚ। ਜੀ ਜੀ, Right. ਪਰ ਉਦੋਂ ਇੱਕ ਬੈਲੈਂਸ ਸੀਗਾ, ਜੀ ਇਨਕਮ ਐਂਡ ਦਾ ਪ੍ਰੋਪਰਟੀ ਵੈਲਿਊਜ਼ ਦੇ ਵਿੱਚ ਨਾ ਬੈਲੈਂਸ ਸੀਗਾ। ਪਰ ਟੁਡੇ ਤੁਸੀਂ ਲੇਕਿਨ ਅੱਜ ਉਹ- ਦੀ ਇਕਨੋਮੀ ਦੇ ਹਿਸਾਬ ਅੱਜ ਦੇ ਹਿਸਾਬ ਨਾਲ ਉਹ ਬੈਲੈਂਸ ਨਹੀਂ ਰਿਹਾ ਬੇਸਿਕਲੀ। ਜੀ ਹੁਣ 1 ਪੁਆਇੰਟ ਤੁਸੀਂ ਐਵਰੇਜ 1 ਮਿਲੀਅਨ ਦੀ ਪ੍ਰਾਪਰਟੀ ਬਾਏ ਕਰਦੇ ਆ, 20% ਡਾਊਨ ਦੇ ਕੇ 8 ਲੱਖ ਦੀ ਮੌਰਗੇਜ ਤੁਹਾਨੂੰ ਚਾਹੀਦੀ ਆ। ਐਂਡ ਆਫ ਦਾ ਡੇ 150 60 70,000 ਤੁਹਾਨੂੰ ਇਨਕਮ ਡਿਪੈਂਡ ਉਹ ਤਾਂ ਚਾਹੀਦੀ ਹੈ ਬੇਸਿਕਲੀ ਹਾਊਸ ਹੋਲਡ ਇਨਕਮ। ਜੀ और अगर वन ऑफ द हाउस होल्ड इज सेल्फ एम्प्लॉयड, हालांकि बिजनेस मेकिंग इनकम बट डिक्लेयर्ड इनकम इज लेस, सो इट्स अ चैलेंज फॉर फर्स्ट टाइम होम बायर्स आल्सो राइट नाउ। और सब तो बड़ा चैलेंज है ही बेसिकली एग्जैक्टली। और दूसरा हैगा इंटरेस्ट रेट फैक्टर तो हैगी है, बट इंटरेस्ट रेट आर इन वेरी दे टचिंग द फोर देयर आई कैन सी इज अ वेरी हेल्दी मार्केट if the interest rate is like 3.8 to 4.2 in between, so they are good interest rate. So ਇਹ ਸਾਰੀਆਂ ਚੀਜ਼ਾਂ ਦਾ ਟ੍ਰੇਨਿੰਗ ਦਾ ਪਾਰਟ ਆ। ਜੀ ਔਰ we give a live training basically. ਸਾਡੇ ਕੋ ਜਿੱਦਾਂ ਮੇਰੇ ਕੋ ਕੋਈ client ਆਇਆ, we can ask the client, can a trainee sit with us? And if the client says yes, so it's a live training happening to the mortgage agent. ਵਾਓ So we put him in the hard seat. Okay, Yeah. ask questions, please. Right? And I thanks to those clients, basically. They're helping to build my team. And they know me very well, so they know exactly what I'm doing. So this is the way the training is. but then you are there as a backup too. Of course, I'm here in the office all the time. I pick up phone in the weekends also. My focus is not in sales. I'm out of sales. My focus is to build the sales people, right? ਔਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਆਲ-ਰਾਊਂਡਰ ਬਿਲਡ ਕਰੀਏ, ਕੱਲ੍ਹ ਨੂੰ ਇੰਡਸਟਰੀ 'ਚ ਚੰਗੇ ਬੰਦੇ ਹੋਣ ਜੋ ਕਿ ਕਲਾਇੰਟਸ ਨੂੰ ਚੰਗੀ ਐਡਵਾਈਸ ਦੇਣ। ਜੀ ਔਰ ਜੋ 2022 ਦਾ ਇੱਕ ਡਿਜ਼ਾਸਟਰ ਹੋਇਆ ਹੈ ਨਾ, ਜੀ ਉਹ ਡਿਜ਼ਾਸਟਰ ਇੱਦਾਂ ਨਾ ਹੋਵੇ ਫਿਊਚਰ ਦੇ ਵਿੱਚ। ਵਾਓ ਸੋ ਤੁਸੀਂ ਆਲਰੇਡੀ ਦਿਮਾਗ ਦੇ ਵਿੱਚ ਫਿਊਚਰ ਦਾ ਵੀ ਸੋਚ ਕੇ Of course, definitely. you're thinking about your clients, the people who are coming to you for advice as well, which is so great and ਪਰ ਬਹੁਤ ਘੱਟ ਦਿਖਦਾ ਹੈ ਅੱਜ ਕੱਲ ਦੀ ਮਾਰਕੀਟ ਦੇ ਵਿੱਚ ਜੋ ਜੀ ਬਿਲਕੁਲ ਇਹਨਾਂ ਸਰਵਿਸਿਜ਼ ਦੇ ਵਿੱਚ ਹੈਗੀ। ਬਿਲਕੁਲ। ਦੇਖੋ ਜੀ, ਪੋਜ਼ਿਟਿਵਿਟੀ ਕਿੱਦਾਂ ਇਫੈਕਟ ਕਰਦੀ ਹੈ ਜਦੋਂ ਸਾਡਾ ਮੋਰਗੇਜ ਏਜੰਟ ਸਾਡੇ ਤੋਂ ਟ੍ਰੇਨਿੰਗ ਲੈਂਦਾ ਆ, ਉਹਦੀ ਪਰਸਨਲ ਗਰੋਥ ਹੁੰਦੀ ਆ। ਜੀ ਸੋ ਇਟ ਹੈਲਪਸ ਦ ਫੈਮਿਲੀ ਟੂ, of their own family, yeah. ਰਾਈਟ। Yeah. ਸੋ ਜਦੋਂ ਫੈਮਿਲੀ 'ਚ ਹੈਪੀਨੈਸ ਹੈਗੀ ਆ, ਪੀਸ ਹੈਗਾ ਆ, ਤਾਂ ਨੇਬਰਹੁੱਡ 'ਚ ਵੀ ਹੈਪੀਨੈਸ ਐਂਡ ਪੀਸ ਆਏਗਾ। ਤੇ ਨੇਬਰਹੁੱਡ 'ਚ ਹੈਪੀਨੈਸ ਪੀਸ ਹੈਗਾ ਤਾਂ ਫਿਰ ਸਬ ਡਿਵੀਜ਼ਨ 'ਚ ਆਏਗਾ, ਸਬ ਡਿਵੀਜ਼ਨ ਤੋਂ ਸਿਟੀ 'ਚ ਆਏਗਾ, ਸਿਟੀ ਤੋਂ ਪ੍ਰੋਵਿੰਸ, ਪ੍ਰੋਵਿੰਸ ਤੋਂ ਕੰਟਰੀ, ਐਂਡ ਕੰਟਰੀ ਤੋਂ ਗਲੋਬਲ, ਐਂਡ ਦੈਨ ਇਟਸ ਕਮ ਬੈਕ ਟੂ ਦ ਪੁਆਇੰਟ ਵਾਸੁਦੇਵ ਕੁਟੁੰਬਕ। ਸੋ ਸਾਡਾ ਤਾਂ ਐਂਸ਼ਨ ਜਿਹੜਾ ਹੈਗਾ ਹੈ ਕਿ ਸਾਰਾ ਯੂਨੀਵਰਸ ਇੱਕ ਫੈਮਿਲੀ ਆ, ਤਾਂ ਇੰਪੈਕਟ ਤਾਂ ਜੋ ਤੁਸੀਂ ਇੱਥੇ ਇੰਪੈਕਟ ਕਰ ਰਹੇ ਹੋ ਉਹ ਫੈਲ ਰਿਹਾ ਹੈ ਬੇਸਿਕਲੀ। ਵਾਓ ਬਸ ਹੈ। ਸੋ ਇਹ ਇੱਕ ਕਨਸੈਪਟ ਲੈ ਕੇ ਚੱਲ ਰਿਹਾ ਮੈਂ। ਔਰ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਅੱਗੇ, ਉਹਨਾਂ ਨੂੰ ਫਾਈਨੈਂਸ਼ੀਅਲ ਲਿਟਰੇਸੀ ਬੜੀ ਇੰਪੋਰਟੈਂਟ ਹੈਗੀ ਹੈ ਇਸ ਦਾ। ਔਰ ਉਹ ਕਿਤਾਬਾਂ ਤੋਂ ਪੜ੍ਹ ਕੇ ਵੀ ਨਹੀਂ ਆਉਣੀ। ਫਾਈਨੈਂਸ਼ੀਅਲ ਲਿਟਰੇਸੀ ਕੀ ਹੈਗੀ ਕਿ ਹਰ ਲੈਵਲ 'ਤੇ ਤੁਹਾਨੂੰ ਨਾ ਉਹ ਚਾਹੀਦੀ ਹੈ। ਜੀ ਇੱਕ ਆਪਾਂ ਇੰਡੀਆ 'ਚ ਤਾਂ ਐਗਜ਼ਾਮ ਜਾਂਦੇ ਸੀ ਨਾ, ਇੱਕ ਬੜਾ ਟੀਚਰ ਕਹਿੰਦੇ ਸੀ ਰਿਵੀਜ਼ਨ ਕਰੋ, ਕਿ ਤੁਸੀਂ ਠੀਕ ਆ ਵੀਕ ਪਹਿਲਾਂ ਪੜ੍ਹ ਲਿਆ, ਐਗਜ਼ਾਮ ਹੈਗਾ ਆ ਤਾਂ 24 ਘੰਟੇ ਜਾਂ 48 ਘੰਟੇ ਪਹਿਲਾਂ ਇੱਕ ਰਿਵੀਜ਼ਨ ਕਰੋ ਜੀ ਐਗਜ਼ਾਮ ਦੀ, ਜੋ ਯਾਦ ਕੀਤਾ ਆਪਾਂ ਨਾ। Yep. ਸੋ ਫੋਰ ਐਗਜ਼ਾਮਪਲ, ਅਗਰ ਮੈਂ ਕਿਸੇ ਨੂੰ ਅੱਜ ਕੋਈ ਵਿਜ਼ਡਮ ਦੇ ਰਹੇ ਹਾਂ, ਫਿਊਚਰ ਦੇ ਵਿੱਚ ਜਦੋਂ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਚੇਂਜ ਹੁੰਦੀ ਆ ਔਰ ਚੈਲੰਜਸ ਅੱਗੇ ਆਉਣੇ ਆ ਬਿਜ਼ਨਸ ਦੇ ਵਿੱਚ, ਉਸ ਟਾਈਮ ਉਹਨਾਂ ਨੂੰ ਨੈਕਸਟ ਲੈਵਲ ਦਾ ਵਿਜ਼ਡਮ ਚਾਹੀਦਾ ਹੈ ਉਸ ਹਰਡਲ ਨੂੰ ਕ੍ਰੋਸ ਕਰਨ ਵਾਸਤੇ। ਸੋ ਇਟਸ ਨੋਟ ਲਾਈਕ ਅ ਵਨ ਟਾਈਮ ਕਿ ਤੁਸੀਂ ਇੱਕ ਕਿਤਾਬ ਪੜ੍ਹ ਲਈਏ ਜਾਂ 4 ਕਿਤਾਬਾਂ ਪੜ੍ਹ ਲਈਆਂ ਆ ਐਂਡ ਦੈਨ ਯੂ ਆਰ ਗੁੱਡ ਵਿਦ ਦੈਟ। ਤੁਸੀਂ ਹੁਣ ਇੱਕ ਸਰਟੀਫਿਕੇਸ਼ਨ ਦੀ ਲਾਇਸੈਂਸ ਦੀ ਗੱਲ ਕਰਦੇ ਪਏ ਸੀ, ਜੇ ਤੁਸੀਂ ਤੁਹਾਡੇ ਏਜੰਟਸ ਕਰਦੇ ਆ, ਸੌਰੀ ਉਹ ਗੱਲ ਸਾਡੀ ਥੋੜੀ ਅਧੂਰੀ ਰਹਿ ਗਈ ਸੀ। ਜੀ ਜੀ, ਕੈਨ ਯੂ ਪਲੀਜ਼ ਉਹ ਥੋੜਾ ਜਿਹਾ ਰਿਪੀਟ ਕਰੋਗੇ? ਦੇਖੋ, ਮੈਂ ਇੱਕ ਮੇਰੀ ਐਡਵਾਈਸ ਹੈਗੀ ਆ ਜਿੰਨੇ ਵੀ ਮੋਰਗੇਜ ਏਜੰਟ ਹੈਗੇ ਆ, ਚਾਹੇ ਉਹ ਮੇਰੀ ਟੀਮਸ ਹੈਗੇ ਆ ਚਾਹੇ ਉਹ ਆਪਣੀ ਟੀਮਸ ਹੈਗੇ ਆ, ਮੈਂ ਇੱਕ ਜੋ ਗੱਲ ਨੋਟਿਸ ਕੀਤੀ ਹੈ ਕਿ
couple of my team members ਨੇ LLQP ਲਾਇਸੈਂਸ ਲਿਆ LQP, yes. ਕੀ ਹੈ ਕਿ ਜਿੱਦਾਂ ਐਜ਼ ਅ ਮੋਰਗੇਜ ਏਜੰਟ ਦੇ ਹੈਵ ਓਨਲੀ ਵਨ ਪ੍ਰੋਡਕਟ that is a mortgage. ਜੀ Mortgage can be in shape of interest only, principal plus interest, or maybe a second mortgage or home equity line of credit, but it's a mortgage end of the day. ਜੀ ਉਹਦੇ ਨਾਲ ਉਹਨਾਂ ਨੂੰ ਕੀ ਹੋਇਆ ਕਿ ਜਦੋਂ ਕਲਾਇੰਟ ਨਾਲ ਉਹਨਾਂ ਨੇ ਮੋਰਗੇਜ ਇੰਸ਼ੋਰੈਂਸ ਨੀਡ ਦੇ ਉੱਤੇ ਗੱਲ ਕਰਨੀ ਹੈ ਨਾ, ਕਿਉਂਕਿ there is a one document the customer has to sign ਜੀ ਕਿ ਮੈਨੂੰ ਮੋਰਗੇਜ ਇੰਸ਼ੋਰੈਂਸ ਜਾਂ ਡਿਸੇਬਿਲਿਟੀ ਇੰਸ਼ੋਰੈਂਸ ਮੋਰਗੇਜ ਚਾਹੀਦੀ ਕਿ ਨਹੀਂ ਚਾਹੀਦੀ। ਤਾਂ ਉਸ ਟਾਈਮ ਅਸੀਂ ਕਲਾਇੰਟ ਨਾਲ ਬੈਠ ਕੇ ਇੱਕ ਕਨਵਰਸੇਸ਼ਨ ਕਰੀ ਦੀ ਹੈ ਜੀ। ਔਰ ਇੱਕ ਨੀਡ ਐਨਾਲਾਈਜ਼ ਕਰੀ ਦੀ ਉਹਨਾਂ ਦੀ ਬੇਸਿਕਲੀ। ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਤੁਸੀਂ ਪਾਈਨਐਪਲ ਦੇ ਟੀਮ ਲੀਡ ਹੈਗੇ ਹੋ, ਸੋ ਵਾਈ ਸ਼ੁਡ ਸਮਵਨ ਜੁਆਇਨ ਪਾਈਨਐਪਲ? ਗ੍ਰੇਟ ਕੁਐਸਚਨ। ਪਾਈਨਐਪਲ ਦੇ ਵਿੱਚ ਇੱਕ ਜਿਹੜਾ ਵਰਕ ਕਲਚਰ ਹੈ ਨਾ, ਇਟਸ ਅ ਵੈਰੀ ਫੈਮਿਲੀ ਵਰਕ ਕਲਚਰ ਔਰ ਸਾਰੇ ਮਿਲਣਸਾਰ ਲੋਕ ਆ ਔਰ ਇੱਕ ਦੂਜੇ ਨਾਲ ਸਹਿਯੋਗ ਕਰਨ ਵਾਲੇ ਲੋਕ ਆ। ਸੋ ਦੈਟ ਇਜ਼ ਦਾ ਬੇਸਿਕਲੀ is core of pineapple, basically, you can say that. ਔਰ ਸੈਕਿੰਡ ਇੰਪੋਰਟੈਂਟ ਚੀਜ਼ ਜਿਹੜੀ ਪਾਈਨਐਪਲ ਦੇ ਵਿੱਚ ਹੈਗੀ ਹੈ, ਜੋ ਰੀਜ਼ਨ ਮੈਂ ਜੁਆਇਨ ਕੀਤਾ ਪਾਈਨਐਪਲ ਨੂੰ, ਦੇ ਆਰ ਵੈਰੀ ਇਨੋਵੇਟਿਵ ਦ ਮੈਨੇਜਮੈਂਟ ਔਰ they believe in technology, or every time there is some innovation is happening in technology. How to create the programs, they are more easier for the customer. How to integrate the communication ਜੀ among the underwriter, mortgage agent, and any third party involved in there. So that is amazing. So ਉਹ ਹੁਣ ਮੈਂ ਐਕਸਪਲੇਨ ਦੀ ਬਜਾਏ ਮੈਂ ਸਿਰਫ ਅਗਰ ਤੁਸੀਂ ਐਕਸਪੀਰੀਅੰਸ ਕਰੋਗੇ then definitely you will know. ਸੋ ਅਗਰ ਤੁਸੀਂ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ, ਸਾਡੀ ਟੀਮ ਨੂੰ ਜੁਆਇਨ ਕਰੋ ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਜਿੱਦਾਂ ਹਮੇਸ਼ਾ ਆਪਾਂ ਕਹਿੰਦੇ ਆ ਨਾ ਕਿ I give a very customized solution or tailored solution to my clients, ਬਹੁਤ ਸੁਣਦੇ ਆ ਐਡਵਰਟਾਈਜ਼ਮੈਂਟ ਦੇ ਵਿੱਚ। ਸੋ ਉਹੀ ਮੈਂ ਕਹਿਣਾ ਚਾਹੁੰਦਾ ਹੈ ਕਿ I have a very customized and a tailored solution for every mortgage agent to get successful. So that's I can say that. So if you think ki you're done, somewhere in your mind you feel like you want to grow in the mortgage industry, join us. ਤੇ ਅੱਜ ਦਾ ਐਪੀਸੋਡ ਅਸੀਂ ਇੱਥੇ ਰੈਪ ਅਪ ਕਰਦੇ ਹਾਂ ਤੇ ਮਿਲਦੇ ਹਾਂ ਅਗਲੇ ਐਪੀਸੋਡ ਦੇ ਨਾਲ ਤੇ ਉਹਨਾਂ ਦੇ ਬਾਰੇ ਹੋਰ ਨੌਲੇਜ ਲੈ ਕੇ। ਲਾਈਫ ਐਂਡ ਲੋਨਸ ਨੂੰ ਸਬਸਕ੍ਰਾਈਬ ਕਰੋ ਪਲੀਜ਼ ਤੇ ਯਾ ਦੈਟਸ ਜਸਟ। Thank you very much. ਔਰ ਅਗਰ ਕਿਸੇ ਨੂੰ ਕੋਈ ਕੁਐਸਚਨ ਹੈਗਾ ਆ, can I say my number here? ਜੀ ਸਰ, this is your channel. I'm just the host at your channel. Subscribe my channel, Life and Loans. And Canada ਦੇ ਵਿੱਚ ਤਾਂ on life ਦੇ ਨਾਲ ਤਾਂ ਲੋਨ ਤਾਂ ਪਾਰਟ ਹੈਗਾ ਹੀ ਹੈਗਾ। So I said why not give this name. 416-887-3861 ਮੇਰਾ ਕੰਟੈਕਟ ਨੰਬਰ ਆ ਔਰ ਕਿਸੇ ਵੀ ਟਾਈਮ ਤੁਸੀਂ ਮੈਨੂੰ ਕਾਲ ਕਰੋ, ਮੈਸੇਜ ਛੱਡ ਦਿਓ ਅਗਰ ਮੈਂ ਪਿਕ ਨਹੀਂ ਕਰ ਸਕਿਆ। ਔਰ ਈਵਨ ਤੁਸੀਂ ਟੀਮ ਜੁਆਇਨ ਕਰਨਾ ਚਾਹੁੰਦੇ ਆ ਔਰ ਐਗਜ਼ਿਸਟਿੰਗ ਮੋਰਗੇਜ ਏਜੰਟ ਹੈਗੇ ਆ, ਕੁਝ ਕੁਐਸਚਨਸ ਹੈਗੇ ਆ ਤੁਹਾਡੇ, ਸੋ ਮੋਸਟ ਵੈਲਕਮ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਸੈਨਿਫ। Thank you.